हम ना सकत कर सिफत तुम्हारी, आप लिहो तुम कथा सुधारी। सतनाम श्री वाहिगुरु साहिब जी। उतना रंग कर फतेह लराई, अनक धुंद भी महद बजाई। दारश कोह सिवर जह काला, आए ठाड़ तह हरख बिसाला। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰ ਹੋਏ ਹੋ। ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਧੰਨ ਧੰਨ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ, ਉਹਨਾਂ ਦੇ ਸਮੇਂ ਦਾ ਜੋ ਇਤਿਹਾਸ, ਜੋ ਲੜੀਵਾਰ ਕਥਾ ਚੱਲ ਰਹੀ ਹੈ। ਬਾਦਸ਼ਾਹ ਸ਼ਾਹਜਹਾਨ ਦੇ 4 ਪੁੱਤਰਾਂ ਵਿੱਚੋਂ ਔਰੰਗਜ਼ੇਬ ਸਭ ਤੋਂ ਚਲਾਕ, ਹੁਸ਼ਿਆਰ ਤੇ ਮਕਾਰ ਸੀ। ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਬਾਦਸ਼ਾਹ ਨੇ ਉਸ ਦਾ ਮੁਕਾਬਲਾ ਕਰਨ ਲਈ ਭੇਜਿਆ ਸੀ, ਜੋ ਚੰਬਲ ਦੀ ਘਾਟੀ 'ਤੇ ਮੁਕਾਬਲਾ ਹੋਇਆ। ਔਰੰਗਜ਼ੇਬ ਨੇ ਧੋਖੇ ਨਾਲ ਦਾਰਾ ਸ਼ਿਕੋਹ ਦੀਆਂ ਫੌਜਾਂ ਨੂੰ ਵੀ ਆਪਣੇ ਵੱਲ ਕਰ ਲਿਆ ਔਰ ਦਰਿਆ ਚੰਬਲ ਵੀ ਪਾਰ ਕਰਕੇ ਉਸਨੇ ਲੜਾਈ ਵੀ ਜਿੱਤ ਲਈ। ਦਾਰਾ ਸ਼ਿਕੋਹ ਡਰਦਾ ਹੋਇਆ ਭੱਜਿਆ ਤੇ ਆਗਰੇ ਵੀ ਨਹੀਂ ਠਹਿਰਿਆ, ਸਿੱਧਾ ਦਿੱਲੀ ਚਲਾ ਗਿਆ। ਉੱਥੇ ਜਾ ਕੇ ਵੀ ਉਸਦੇ ਪੈਰ ਨਹੀਂ ਲੱਗੇ, ਉੱਥੋਂ ਵੀ ਉਹ ਦੌੜ ਗਿਆ। ਇੱਧਰੋਂ ਔਰੰਗਜ਼ੇਬ ਜੰਗ ਫਤਿਹ ਕਰਕੇ ਆਗਰੇ ਪਹੁੰਚਿਆ ਤੇ ਆਪਣੇ ਪਿਤਾ ਨੂੰ ਕਿਵੇਂ ਕੈਦ ਕੀਤਾ, ਉਹ ਕਥਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹੈ। ਆਓ ਸਰਵਣ ਕਰੀਏ। ਸਤਿਗੁਰੂ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਤਨਾ ਰੰਗ ਕਰ ਫਤਿਹ ਲਰਾਈ, ਉਧਰੋਂ ਔਰੰਗਜ਼ੇਬ ਜੰਗ ਜਿੱਤ ਕੇ ਅਨਕ ਧੁੰਦ ਵੀ ਮਹਿਦ ਬਜਾਈ। ਬੜੇ ਨਗਾਰੇ ਵਜਾ ਕੇ ਦਾਰਾ ਸ਼ਿਕੋਹ ਸਿਵਰ ਜਹ ਕਾਲਾ, ਜਿੱਥੇ ਦਾਰਾ ਸ਼ਿਕੋਹ ਦੀ ਛਾਉਣੀ ਸੀ, ਆਏ ਠਾੜ ਤਹ ਹਰਖ ਬਿਸਾਲਾ। ਉੱਥੇ ਆ ਖੜਾ ਤੇ ਬੜੀ ਖੁਸ਼ੀ ਨਾਲ ਉਸਨੇ ਦਾਰਾ ਸ਼ਿਕੋਹ ਦੀ ਛਾਉਣੀ ਤੇ ਕਬਜ਼ਾ ਕਰ ਲਿਆ। ਸਕਲ ਸਮਾਜ ਸਕੇਲਿਓ ਤਹਾਂ, ਸਾਰਾ ਤੋਪਖਾਨਾ, ਘੋੜੇ, ਹਾਥੀ, ਤੰਬੂ, ਲਾਓ ਲਸ਼ਕਰ, ਸਾਰਾ ਕੁਝ ਆਪਣੇ ਕਬਜ਼ੇ 'ਚ ਕਰ ਲਿਆ। ਭਈ ਨਿਸਾ ਕਰ ਬਾਸਾ ਰਹਾ, ਰਾਤ ਪਈ ਹੈ। ਔਰੰਗਜ਼ੇਬ ਨੇ ਚੰਬਲ ਦੇ ਉਰਲੇ ਪਾਸੇ ਰਾਤ ਕੱਟੀ ਹੈ। ਅਮਰਾਵਨ ਕਹ ਦੇ ਬਖਸ਼ੀਸ਼, ਆਪਣੇ ਅਫਸਰਾਂ ਨੂੰ, ਆਪਣੇ ਉਮਰਾਵਾਂ ਨੂੰ ਬਹੁਤ ਸਾਰੀਆਂ ਬਖਸ਼ਿਸ਼ਾਂ ਤੇ ਇਨਾਮ ਦਿੱਤੇ ਹਨ। ਹੀਰਨ ਮੁਕਤਾਗਨ ਦਿਪਤੀ ਸੋ, ਹੀਰੇ ਮੋਤੀ ਬਹੁਤ ਕੁਝ ਦਿੱਤਾ ਹੈ। ਤਾਂ ਤੇ ਕਰਿਓ ਨ ਰੰਗੇ ਕੂਚ, ਕਹਿੰਦੇ ਫਿਰ ਉਥੋਂ ਔਰੰਗਜ਼ੇਬ ਨੇ ਕੂਚ ਕੀਤਾ ਹੈ। ਨਗਰ ਆਗਰੇ ਆਨ ਪਹੁੰਚ, ਔਰ ਆਗਰੇ ਸ਼ਹਿਰ ਆ ਪਹੁੰਚਿਆ ਹੈ। ਸਮ ਉਮਰਾਵ ਮਿਲੇ ਸੰਗ ਆਏ, ਕਹਿੰਦੇ ਸਾਰੇ ਉਮਰਾਵ ਉਸ ਔਰੰਗਜ਼ੇਬ ਨੂੰ ਆ ਕੇ ਮਿਲੇ ਨੇ। ਪਹਿਲਾਂ ਹੀ ਅੰਦਰ ਖਾਤੇ ਉਹਨਾਂ ਨਾਲ ਗੱਲਬਾਤ ਕੀਤੀ ਹੋਈ ਸੀ। ਜਿਹੜੇ ਕੱਟੜ ਮੁਤਸਵੀ ਜੇ ਲੋਕ ਸਨ, ਕਾਜੀ, ਮੁੱਲਾ ਅਤੇ ਉਮਰਾਵ, ਜਿਹੜੇ ਚਾਹੁੰਦੇ ਸੀ ਔਰੰਗਜ਼ੇਬ ਬਾਦਸ਼ਾਹ ਬਣੇ ਤੇ ਇਸਲਾਮ ਦਾ ਪ੍ਰਚਾਰ ਕਰੀਏ, ਉਹ ਸਾਰੇ ਹੀ ਔਰੰਗਜ਼ੇਬ ਨੂੰ ਆ ਕੇ ਮਿਲੇ ਹਨ ਤੇ ਜਿੱਤ ਦੀਆਂ ਵਧਾਈਆਂ ਦਿੰਦੇ ਹਨ। ਭੇ ਅਨੁਸਾਰ ਜੋਰ ਇਸ ਪਾਏ, ਔਰ ਐਸਾ ਜ਼ੋਰ ਪਾ ਕੇ ਜ਼ਬਰਦਸਤੀ ਹਮਲਾ ਕਰਕੇ ਉਹਨਾਂ ਨੇ ਇਹਦੇ ਨਾਲ ਰਲ ਗਏ ਹਨ ਸਾਰੇ ਹੀ। ਜਿੱਧਰ ਜ਼ੋਰ ਉੱਧਰ ਹੋ ਜਾਂਦੇ ਹਨ। ਜੇ ਸੱਤ ਜ਼ੋਰ ਘਰ ਵੇਖਿਆ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਇਸ ਸੰਸਾਰ ਦੇ ਵਿੱਚ ਕੋਈ ਤਗੜਾ ਮਾੜਾ ਨਹੀਂ ਹੁੰਦਾ, ਬੱਚੇ ਦੇ ਕੋਲ ਜ਼ੋਰ ਹੁੰਦਾ ਹੈ। ਭਾਵੇਂ ਉਹ ਮਾੜਾ ਵੀ ਹੋਵੇ, ਉਹਨੂੰ ਚੰਗਾ ਮੰਨ ਲੈਂਦੀ ਦੁਨੀਆ, ਤੇ ਜਿਹੜਾ ਚੰਗਾ ਵੀ ਹੋਵੇ ਜੇ ਕਮਜ਼ੋਰ ਹੋਵੇ, ਉਹਨੂੰ ਮਾੜਾ ਕਹਿਣ ਲੱਗ ਜਾਂਦੀ ਹੈ ਦੁਨੀਆ। ਸੋ ਜਿਹੜੇ ਇਹੋ ਜਿਹੇ ਮਤਲਬੀ ਲੋਕ ਸਨ, ਡੰਗ ਟਪਾਊ ਲੋਕ ਸਨ, ਉਹ ਵੀ ਔਰੰਗਜ਼ੇਬ ਦੇ ਨਾਲ ਹੀ ਸਹਿਮਤ ਹੋ ਗਏ ਹਨ। ਸ਼ਾਹ ਜਹਾਂ ਤਹ ਪਰਿਓ ਬਿਮਾਰੀ, ਸ਼ਾਹਜਹਾਨ ਬਾਦਸ਼ਾਹ ਆਗਰੇ 'ਚ ਬਿਮਾਰ ਪਿਆ ਮੰਜੇ ਤੇ,
ਆਪਣੀ ਮੌਤ ਉਡੀਕ ਰਿਹਾ ਸੀ। ਨਜ਼ਰ ਬੰਦ ਕੀ ਨਸ ਦਲ ਭਾਰੀ। ਤੇ ਉਸ ਬਿਮਾਰ ਪਿਓ ਨੂੰ ਸ਼ਾਹਜਹਾਨ ਬਾਦਸ਼ਾਹ ਨੂੰ ਔਰੰਗਜ਼ੇਬ ਨੇ ਕਿਲੇ ਵਿੱਚ ਨਜ਼ਰਬੰਦ ਕਰ ਲਿਆ, ਆਪਣੀ ਨਿਗਰਾਨੀ ਵਿੱਚ ਲੈ ਲਿਆ, ਕੈਦ ਕਰ ਲਿਆ ਹੈ। ਪਿਤਾ ਜਾਨ ਨਹਿ ਰਾਖ ਵਡਾਈ। ਇਹ ਵੀ ਨਹੀਂ ਸੋਚਿਆ ਵੀ ਮੇਰਾ ਪਿਓ ਹੈ, ਚਲੋ ਇਹਦਾ ਹੀ ਮਾਣ ਸਨਮਾਨ ਰੱਖ ਲਈਏ। ਔਰੰਗਜ਼ੇਬ ਨੇ ਰਾਜਨੀਤੀ ਇਹੋ ਜਿਹੀ ਚੀਜ਼ ਹੈ, ਨਾ ਪਿਓ ਦੇਖਦੀ ਹੈ, ਨਾ ਭਰਾ, ਨਾ ਧੀ ਪੁੱਤ। ਸੋ ਸਾਧ ਸੰਗਤ ਜੀ, ਉਹਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰ ਲਿਆ ਹੈ। ਕਰਿਓ ਕੈਦ ਔਰ ਬੜ ਦੁਸ਼ਟਾਈ। ਬੜੀ ਦੁਸ਼ਟਤਾਈ ਕੀਤੀ ਹੈ, ਨੀਚਪੁਣਾ ਕੀਤਾ ਹੈ। ਜੋ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਪਿਓ ਸ਼ਾਹਜਹਾਨ ਨੂੰ ਕੈਦ ਕੀਤਾ ਹੈ। ਪੁੰਨ ਕੋ ਪੇਚ ਚਿਤ ਵਿਓ ਮਤ ਮੰਦ। ਫਿਰ ਉਹਨੇ ਹੋਰ ਕਪਟ ਦੀਆਂ ਚਾਲਾਂ ਸੋਚੀਆਂ ਹਨ, ਕਿਉਂਕਿ ਜਿਹੜਾ ਬੰਦਾ ਕਪਟੀ ਹੁੰਦਾ ਉਹਨੂੰ ਸੁਪਨੇ ਵੀ ਕਪਟ ਦੇ ਹੀ ਆਉਂਦੇ ਨੇ, ਖਿਆਲ ਵੀ ਕਪਟ ਦੇ ਹੀ ਆਉਂਦੇ ਨੇ, ਬੁਰੇ ਹੀ ਵਿਚਾਰ ਆਉਂਦੇ ਹਨ। ਪ੍ਰਾਤ ਮੁਰਾਦ ਬਖਸ਼ ਦਲ ਬ੍ਰਿੰਦ। ਸਾਧ ਸੰਗਤ ਜੀ, ਕਪਟੀ ਦਾਰਾ ਸ਼ਿਕੋ ਔਰੰਗਜ਼ੇਬ ਨੇ ਦਾਰਾ ਸ਼ਿਕੋ ਨੂੰ ਤਾਂ ਭਜਾ ਦਿੱਤਾ ਸੀ ਤੇ ਮੁਰਾਦ ਬਖਸ਼ ਨੂੰ ਆਪਣੇ ਨਾਲ ਲਾ ਲਿਆ ਸੀਗਾ। ਦਾਰਾ ਸ਼ਿਕੋ ਨੂੰ, ਉਹਦੀ ਫੌਜਾਂ ਨੂੰ ਆਪਣੇ ਕੋਲ ਕਰ ਲਿਆ ਤੇ ਦਾਰਾ ਸ਼ਿਕੋ ਨੂੰ ਭਜਾ ਦਿੱਤਾ ਜੰਗ ਵਿੱਚੋਂ। ਸਾਰੀ ਫੌਜ ਤੇ ਕਬਜ਼ਾ ਕਰ ਲਿਆ ਦਾਰਾ ਸ਼ਿਕੋ ਦੀ ਤੇ ਮੁਰਾਦ ਬਖਸ਼ ਨੂੰ ਆਪਣੇ ਨਾਲ ਇਹ ਕਹਿ ਕੇ ਲਾ ਲਿਆ ਸੀ ਵੀ ਮੈਂ ਤਾਂ ਮੱਕੇ ਚਲੇ ਜਾਵਾਂਗਾ, ਬਾਦਸ਼ਾਹੀ ਤਾਂ ਮੁਰਾਦ ਬਖਸ਼ ਤੂੰ ਹੀ ਸੰਭਾਲਣੀ ਹੈ। ਤੇ ਉਹ ਆਪਣੇ ਵੱਡੇ ਭਰਾ ਦੀਆਂ ਗੱਲਾਂ 'ਚ ਆ ਕੇ ਬੜਾ ਤਿੜਿਆ ਫਿਰਦਾ ਸੀ ਵੀ ਮੈਂ ਹੁਣ ਬਾਦਸ਼ਾਹ ਬਣਨ ਵਾਲਾ ਹਾਂ। ਉਹ ਬਾਦਸ਼ਾਹੀ ਦੇ ਸੁਪਨੇ ਲੈਂਦਾ ਲੈਂਦਾ ਔਰੰਗਜ਼ੇਬ ਦੇ ਡਿੱਕੇ ਚੜ ਗਿਆ। ਦਾਰਾ ਸ਼ਿਕੋਹ ਸੰਗ ਇੱਕ ਹੋਏ। ਕਹਿੰਦੇ ਦਾਰਾ ਸ਼ਿਕੋਹ ਨੂੰ ਤਾਂ ਕੱਢ ਦਿੱਤਾ, ਭਾਵ ਉਹਦੀ ਤੇ ਫੌਜ ਤੇ ਕਬਜ਼ਾ ਕਰ ਲਿਆ। ਬਿਗਰ ਪਰ ਹੈ ਨਾ ਮੁਝ ਸੋ ਦੋਏ। ਕਿਤੇ ਇਹ ਨਾ ਹੋਵੇ ਕਿ ਮੁਰਾਦ ਬਖਸ਼ ਦਾਰਾ ਸ਼ਿਕੋਹ ਨਾਲ ਨਾ ਰਲ ਜਾਵੇ। ਔਰੰਗਜ਼ੇਬ ਦੇ ਮਨ 'ਚ ਹੁਣ ਦੁਬਾਰਾ ਬੇਈਮਾਨੀ ਆਈ, ਬੁਰਾ ਖਿਆਲ ਇਹ ਆਇਆ ਵੀ ਮੁਰਾਦ ਬਖਸ਼ ਕਿਤੇ ਦਾਰਾ ਸ਼ਿਕੋਹ ਦੀ ਮਦਦ ਨਾ ਕਰਨ ਲੱਗ ਜਾਵੇ, ਮੇਰੇ ਨਾਲੋਂ ਟੁੱਟ ਕੇ ਉਧਰ ਨਾ ਰਲ ਜਾਵੇ। ਜੇ ਕਿਤੇ ਇਹ ਉਧਰ ਚਲਾ ਗਿਆ, ਦੋਵੇਂ ਭਾਈ ਉਹ ਇਕੱਠੇ ਹੋ ਕੇ ਮੈਂ ਇਕੱਲਾ ਰਹਿ ਜਾਵਾਂਗਾ ਤੇ ਫਿਰ ਮੇਰਾ ਰਾਜ ਨਹੀਂ ਹੋ ਸਕੇਗਾ। ਕਪਟ ਠਾਨ ਤਿਸ ਕੋ ਗਹਿ ਲਿਓ। ਇਸ ਨੇ ਕਪਟ ਦੇ ਨਾਲ ਮਨ ਦੇ ਵਿੱਚ ਬੁਰਾਈ ਸੋਚ ਕੇ ਮੁਰਾਦ ਬਖਸ਼ ਨੂੰ ਵੀ ਕੈਦ ਕਰ ਲਿਆ। ਆਪਣੇ ਪਿਓ ਸ਼ਾਹਜਹਾਨ ਨੂੰ ਤਾਂ ਕੈਦ ਕੀਤਾ ਹੀ ਸੀਗਾ ਤੇ ਦਾਰਾ ਸ਼ਿਕੋਹ ਨੂੰ ਜੰਗ 'ਚੋਂ ਭਜਾ ਦਿੱਤਾ ਸੀ। ਰਹਿ ਗਿਆ ਮੁਰਾਦ ਬਖਸ਼। ਉਹਨੂੰ ਪਹਿਲਾਂ ਤਾਂ ਪ੍ਰੇਮ ਦੇ ਨਾਲ ਲਾਰੇ ਲੱਪੇ ਲਾ ਕੇ ਗੁਜਰਾਤ ਤੋਂ ਆਗਰੇ ਤੱਕ ਲੈ ਆਇਆ। ਆਗਰੇ ਵਿੱਚ ਆ ਕੇ ਦੇਖਿਆ ਵੀ ਹੁਣ ਮੁਰਾਦ ਬਖਸ਼ ਦੀ ਕੋਈ ਖਾਸ ਲੋੜ ਨਹੀਂ, ਮੈਨੂੰ ਨੁਕਸਾਨ ਜ਼ਿਆਦਾ ਹੋ ਸਕਦਾ, ਇਹਦੇ ਤੋਂ ਫਾਇਦਾ ਘੱਟ ਹੋਣਾ। ਮੁਰਾਦ ਬਖਸ਼ ਨੂੰ ਵੀ ਪਿਤਾ ਦੇ ਨਾਲ ਹੀ ਕੈਦ ਕਰ ਲਿਆ। ਜੋ ਇਸ ਕੇਰ ਸਹਾਇਕ ਭਇਓ। ਜਿਹੜਾ ਵੀ ਇਹਦੀ ਮਦਦ ਕਰਨ ਵਾਲਾ ਸੀ, ਦੋਨੋਂ ਗਹਿਲੀ ਨਸ ਕਰ ਗਾਡੇ। ਉਹ ਵੀ ਫੜ ਲਏ, ਮੁਰਾਦ ਬਖਸ਼ ਵੀ ਫੜ ਲਿਆ ਤੇ ਉਹਦੇ ਨਾਲ ਦੇ ਮਦਦਗਾਰ ਵੀ ਸਾਰੇ ਆਪਣੀ ਨਿਗਰਾਨੀ 'ਚ ਲੈ ਲਏ ਤੇ ਉਹਨਾਂ ਦਾ ਸਾਰਾ ਲਾਓ ਲਸ਼ਕਰ ਵੀ ਜਿਹੜਾ ਨਾ ਪਾੜ ਧਾੜ ਕੇ ਵੱਖਰਾ ਵੱਖਰਾ ਕਰ ਦਿੱਤਾ। ਸ਼ਸਤਰ ਗਹੇ ਗਨ ਪਟ ਰਹਿ ਠਾਡੇ। ਤੇ ਦਾਰਾ ਸ਼ਿਕੋਹ ਤਾਂ ਚਲਾ ਗਿਆ ਸੀ ਭੱਜ ਕੇ ਦਿੱਲੀ ਨੂੰ ਤੇ ਬਾਦਸ਼ਾਹ ਸ਼ਾਹਜਹਾਨ ਔਰ ਮੁਰਾਦ ਬਖਸ਼ ਨੂੰ ਫੌਜ ਦੀ ਨਿਗਰਾਨੀ ਵਿੱਚ ਦਿਨ ਰਾਤ ਪਹਿਰੇਦਾਰ ਉੱਤੇ ਖੜੇ ਰਹਿਣ। ਮਹਿਲਾਂ ਦੇ ਵਿੱਚ ਹੀ ਆਗਰੇ ਦਾ ਲਾਲ ਕਿਲ੍ਹਾ, ਇੱਕ ਦਿੱਲੀ ਦਾ ਲਾਲ ਕਿਲ੍ਹਾ, ਇੱਕ ਆਗਰੇ ਦਾ ਵੀ ਲਾਲ ਕਿਲ੍ਹਾ ਹੈ। ਉਹ ਲਾਲ ਕਿਲ੍ਹੇ ਦੇ ਵਿੱਚ ਆਗਰੇ ਵਾਲੇ ਵਿੱਚ ਇਹਨਾਂ ਨੇ ਆਪਣੇ ਪਿਓ ਨੂੰ ਤੇ ਆਪਣੇ ਭਾਈ ਨੂੰ ਕੈਦ ਕਰ ਲਿਆ। ਨਿਜ ਅਨੁਸਾਰ ਘਰੇ ਦਲ ਤੀਨੋਂ। ਔਰ ਤਿੰਨੇ ਫੌਜਾਂ ਆਪਣੇ ਅਧੀਨ ਕਰ ਲਈਆਂ। ਆਪਣੀ ਫੌਜ ਤਾਂ ਹੈ ਹੀ ਸੀ ਔਰੰਗਜ਼ੇਬ ਕੋਲ, ਜਿਹੜੀ ਦੱਖਣ ਤੋਂ ਲੈ ਕੇ ਆਇਆ ਸੀ, ਤੇ ਮੁਰਾਦ ਬਖਸ਼ ਦੀ ਫੌਜ ਨੂੰ ਵੀ ਆਪਣੇ ਥੱਲੇ ਕਰ ਲਿਆ। ਮੁਰਾਦ ਬਖਸ਼ ਨੂੰ ਜੇਲ੍ਹ 'ਚ ਸਿੱਟ ਦਿੱਤਾ ਤੇ ਆਪਣੇ ਪਿਓ ਦੀ ਜਿਹੜੀ ਫੌਜ ਸੀ ਜਾਂ ਦਾਰਾ ਸ਼ਿਕੋਹ ਦੀ ਜਿਹੜੀ ਫੌਜ ਸੀ ਉਹ ਵੀ ਆਪਣੇ ਅਧੀਨ ਕਰ ਲਈ। ਤਿੰਨ ਫੌਜਾਂ, ਆਪਣੀ ਫੌਜ, ਮੁਰਾਦ ਬਖਸ਼ ਦੀ ਫੌਜ ਤੇ ਆਗਰੇ ਬਾਦਸ਼ਾਹ ਸ਼ਾਹਜਹਾਨ ਦੀ ਫੌਜ ਆਪਣੇ ਤਾਬੇ ਕਰ ਲਈ ਹੈ। ਪੁਨਹ ਕੂਚ ਦਲ ਕਰ ਦੀਨੋ। ਫਿਰ
ਇਹਨੇ ਉੱਥੋਂ ਚੱਲ ਕੇ ਆਗਰੇ ਡੇਰਾ ਕੀਤਾ ਹੈ। ਦਿੱਲੀ ਕੇ ਸਨਮੁਖ ਹੋਏ ਗਮਨਾ। ਤੇ ਫਿਰ ਸਾਧ ਸੰਗਤ ਜੀ ਉੱਥੋਂ ਤਿਆਰੀ ਕਰਕੇ ਦਿੱਲੀ ਨੂੰ ਤੁਰ ਪਿਆ ਵੀ ਹੁਣ ਦਿੱਲੀ ਚੱਲਦੇ ਆ। ਰਾਜਧਾਨੀ ਦਿੱਲੀ ਹੈ, ਆਗਰੇ ਤੇ ਕਬਜ਼ਾ ਹੋ ਗਿਆ, ਹੁਣ ਦਿੱਲੀ ਤੇ ਕਬਜ਼ਾ ਕਰੀਏ, ਦਾਰਾ ਸ਼ਿਕੋ ਨੂੰ ਭਜਾਈਏ ਉੱਥੋਂ। ਔਰੰਗਜ਼ੇਬ ਬੜਾ ਭਾਰੀ ਲਸ਼ਕਰ ਲੈ ਕੇ ਆਗਰੇ ਦਾ ਸਾਰਾ ਬੰਦੋਬਸਤ ਕਰਕੇ ਪਿਤਾ ਨੂੰ ਤੇ ਭਾਈ ਨੂੰ ਕੈਦ ਕਰਕੇ ਦਿੱਲੀ ਨੂੰ ਤੁਰ ਪਿਆ ਹੈ। ਪਤਸ਼ਾਹਨ ਕੇ ਜਹ ਬਹੁ ਭਵਨਾ। ਜਿੱਥੇ ਬਾਦਸ਼ਾਹਾਂ ਦੀ ਰਾਜਧਾਨੀ ਹੈ ਹਿੰਦੁਸਤਾਨ ਦੀ ਦਿੱਲੀ। ਦਾਰਾ ਸ਼ਿਕੋਹ ਸਕੇਲੀ ਸੈਨ। ਦਾਰਾ ਸ਼ਿਕੋ ਨੇ ਆਪਣੀ ਸਾਰੀ ਫੌਜ ਇਕੱਠੀ ਕੀਤੀ ਵੀ ਔਰੰਗਜ਼ੇਬ ਆ ਰਿਹਾ ਦਿੱਲੀ ਨੂੰ, ਆਪਾਂ ਉਹਦਾ ਮੁਕਾਬਲਾ ਕਰੀਏ ਜਾਂ ਕੋਈ ਹੀਲਾ ਕਰੀਏ ਜਾਂ ਤੇ ਤਰਾਸ ਧਾਰ ਦਿਨ ਰਹਿਣ। ਪਰ ਔਰੰਗਜ਼ੇਬ ਦਾ ਸੁਭਾਅ ਬੜਾ ਚੰਦਰਾ ਹੈ, ਉਹ ਬੜਾ ਜ਼ਾਲਮ ਹੈ, ਕੋਈ ਦਾ ਪੇਜ ਖੇਡ ਕੇ ਮੈਨੂੰ ਹਰਾ ਦੇਵੇਗਾ। ਦਾਰਾ ਸ਼ਿਕੋ ਨੂੰ ਨਾ ਦਿਨੇ ਚੈਨ ਆਉਂਦਾ ਨਾ ਰਾਤੀ, ਡਰ ਹੀ ਲੱਗਦਾ ਰਹਿੰਦਾ ਹੈ। ਜੇ ਔਰੰਗਜ਼ੇਬ ਦਿੱਲੀ ਪਹੁੰਚ ਗਿਆ ਮੇਰਾ ਕੀ ਬਣੇਗਾ। ਵਿਚਾਰਾ ਸਿੱਧੇ ਜਿਹੇ ਖਿਆਲਾਂ ਦਾ ਬੰਦਾ ਸੀ ਦਾਰਾ ਸ਼ਿਕੋ। ਜਿਹੜਾ ਬੰਦਾ ਧਾਰਮਿਕ ਜਿਹੇ ਖਿਆਲਾਂ ਦਾ ਹੁੰਦਾ ਹੈ, ਜਿਹੜਾ ਬੰਦਾ ਨੇਕ ਚਾਲ ਚੱਲਣ ਵਾਲਾ ਹੁੰਦਾ ਹੈ, ਸੱਚ ਸੁੱਚ ਤੇ ਪਹਿਰਾ ਦਿੰਦਾ ਹੈ, ਉਹ ਬੰਦਾ ਵਾਲ ਛਾਲ ਕਪਟ ਧੋਖਾ ਬੇਈਮਾਨੀ ਨਹੀਂ ਜਾਣਦਾ। ਉਸ ਬੰਦੇ ਨੂੰ ਛਲ ਕਪਟੀ ਬੰਦਿਆਂ ਤੋਂ ਡਰ ਹੀ ਲੱਗਦਾ ਰਹਿੰਦਾ ਵੀ ਇਹਨਾਂ ਬੰਦਿਆਂ ਨਾਲ ਹੁਣ ਮੈਂ ਕਿਵੇਂ ਪੂਰਾ ਪਾਵਾਂਗਾ। ਦਾਰਾ ਸ਼ਿਕੋ ਇੰਨੀ ਰਾਜਨੀਤੀ ਦੀਆਂ ਕੂਟ ਚਾਲਾਂ ਨਹੀਂ ਸੀ ਜਾਣਦਾ, ਇਸ ਕਰਕੇ ਔਰੰਗਜ਼ੇਬ ਤੋਂ ਡਰਦਾ ਰਹਿੰਦਾ ਹੈ। ਸ਼ੀਗਰ ਬਾਹਨੀ ਕਰ ਸਮੁਦਾਈ। ਤੇ ਜਿੰਨੀ ਕੁ ਫੌਜ ਇਕੱਠੀ ਕਰ ਸਕਦਾ ਸੀ ਉਹਨੇ ਦਿੱਲੀ ਦੇ ਵਿੱਚ ਇਕੱਠੀ ਕੀਤੀ ਹੈ। ਦਿੱਲੀ ਗਹੋ ਜਾਏ ਵੱਡ ਭਾਈ। ਤੇ ਉਧਰੋਂ ਬੜੀ ਭਾਰੀ ਫੌਜ ਲੈ ਕੇ ਆਗਰੇ ਤੋਂ ਔਰੰਗਜ਼ੇਬ ਤੁਰ ਪਿਆ ਹੈ। ਦਿੱਲੀ ਜਾਣ ਲੱਗਿਆ 2-3 ਦਿਨ ਲੱਗਣੇ ਆ, ਕਿਉਂਕਿ ਦਿੱਲੀ 200 ਕਿਲੋਮੀਟਰ ਹੈ ਆਗਰੇ ਤੋਂ। ਫੌਜ ਤੁਰਦੀ ਹੈ ਹੌਲੇ ਹੌਲੇ, 1-2 ਪੜਾਅ ਕਰਕੇ ਇਹਨਾਂ ਨੇ ਦਿੱਲੀ ਪਹੁੰਚ ਜਾਣਾ ਹੈ। ਦਾਰਾ ਸ਼ਿਕੋਹ ਸੁਨਿਓ ਕਰ ਤਰਾਸਾ। ਜਦੋਂ ਦਾਰਾ ਸ਼ਿਕੋਹ ਨੂੰ ਪਤਾ ਲੱਗਾ ਵੀ ਆਗਰੇ ਤੋਂ ਔਰੰਗਜ਼ੇਬ ਤੁਰ ਪਿਆ ਹੈ ਫੌਜਾਂ ਲੈ ਕੇ, ਮੇਰੇ ਵੱਲ ਹੀ ਆ ਰਿਹਾ ਹੈ, ਆਉਂਦਿਆਂ ਮੈਨੂੰ ਫੜੇਗਾ ਤੇ ਮਾਰੇਗਾ, ਦਾਰਾ ਸ਼ਿਕੋਹ ਡਰ ਕੇ ਜਿਹੇ ਉਮਰਾਵਨ ਨਹਿ ਪਰਵਾਸਾ। ਉਹਨੂੰ ਆਪਣੇ ਅਫਸਰਾਂ ਤੇ ਵੀ ਭਰੋਸਾ ਨਹੀਂ ਸੀ ਰਿਹਾ। ਉਸ ਦਾਰਾ ਸ਼ਿਕੋਹ ਦਾ ਦਿਲ ਇੰਨਾ ਡਰ ਗਿਆ ਸੀ, ਵਿਚਾਰਾ ਇੰਨਾ ਸਿੱਧੇ ਸੁਭਾਅ ਦਾ ਬੰਦਾ ਸੀ ਵੀ ਆਪਣੇ ਅਫਸਰਾਂ ਉੱਤੇ ਜਿਹੜੇ ਨਾਲ ਰਹਿੰਦੇ ਸਨ ਉਹਨਾਂ ਤੇ ਵੀ ਵਿਸ਼ਵਾਸ ਨਹੀਂ ਸੀ ਰਿਹਾ, ਕਿਤੇ ਇਹ ਵੀ ਔਰੰਗਜ਼ੇਬ ਨਾਲ ਨਾ ਮਿਲੇ ਹੋਣ। ਕਿਉਂਕਿ ਚੰਬਲ ਦੀ ਘਾਟੀ ਵਿੱਚ ਬਹੁਤ ਸਾਰੇ ਅਫਸਰਾਂ ਨੇ ਧੋਖਾ ਦਿੱਤਾ ਸੀਗਾ। ਚੰਬਲ ਦੀ ਘਾਟੀ 'ਚ ਬਹੁਤ ਸਾਰੇ ਜਨਰਲ ਕਰਨਲ ਫੌਜੀ ਜਿਹੜੇ ਹਨ ਅੰਦਰੋਂ ਔਰੰਗਜ਼ੇਬ ਨਾਲ ਰਲੇ ਹੋਏ ਸਨ, ਇਸੇ ਕਰਕੇ ਔਰੰਗਜ਼ੇਬ ਉੱਥੇ ਜਿੱਤ ਗਿਆ ਸੀ। ਤੇ ਉਹੀ ਬੰਦੇ ਇੱਥੇ ਦਿੱਲੀ ਵਿੱਚ ਮੈਨੂੰ ਨਾ ਮਰਵਾ ਦੇਣ, ਉਹਨੂੰ ਆਪਣੇ ਅਫਸਰਾਂ ਉੱਤੇ ਵਿਸ਼ਵਾਸ ਨਹੀਂ ਸੀ ਆਉਂਦਾ। ਨਹੀਂ ਕਹਾਏ ਦੇਹ ਮਿਲ ਸਾਰੇ। ਕਿਤੇ ਮੈਨੂੰ ਮਿਲ ਕੇ ਫੜਾ ਨਾ ਦੇਣ। ਔਰੰਗਜ਼ੇਬ ਦੇ ਕਾਬੂ ਆ ਗਿਆ ਤੇ ਮੇਰਾ ਬਹੁਤ ਬੁਰਾ ਹਾਲ ਕਰੇਗਾ ਔਰੰਗਜ਼ੇਬ, ਮੈਨੂੰ ਤਸੀਹੇ ਦੇ ਦੇ ਕੇ ਮਾਰੇਗਾ। ਔਰੰਗਜ਼ੇਬ ਬੜਾ ਜ਼ਾਲਮ ਬੰਦਾ ਹੈ, ਇਸ ਗੱਲ ਤੋਂ ਦਾਰਾ ਸ਼ਿਕੋ ਡਰਦਾ ਸੀ। ਜਾਂ ਤੇ ਨਿਕਸ ਚੱਲਿਓ ਡਰ ਧਾਰੇ। ਅਖੀਰ ਉਹਨੇ ਸੋਚਿਆ ਵੀ ਇੱਥੋਂ ਜਾਣਾ ਹੀ ਠੀਕ ਹੈ, ਬਹੁਤੀ ਦੇਰ ਕਰਨੀ ਜਾਨ ਤੋਂ ਹੱਥ ਧੋਣ ਵਾਲੀ ਗੱਲ ਹੋਵੇਗੀ। ਸੋ ਦਾਰਾ ਸ਼ਿਕੋ ਵਿਚਾਰਾ ਦਿੱਲੀ ਤੋਂ ਵੀ ਦੌੜ ਗਿਆ। ਬ੍ਰਿੰਦ ਜਵਾਹਰ ਜ਼ਾਹਰ ਜੋਤ। ਉਹਨੇ ਜਿੰਨਾ ਖਜ਼ਾਨਾ ਚੁੱਕ ਸਕਦਾ ਸੀ, ਹੀਰੇ ਮੋਤੀ ਜਵਾਹਰਾਤ, ਦਿੱਲੀ ਦਾ ਖਜ਼ਾਨਾ ਬਹੁਤ ਵੱਡਾ ਹੈ, ਉਸ ਖਜ਼ਾਨੇ ਵਿੱਚੋਂ ਹੀਰੇ ਮੋਤੀ ਮਹਿੰਗਾ ਸਮਾਨ ਸਾਰਾ ਚੁੱਕ ਲਿਆ। ਚੌਹਦਿਸ਼ ਮੈਂ ਪ੍ਰਕਾਸ਼ ਜਿਨ ਹੋਤ। ਇਹੋ ਜਿਹੇ ਕੀਮਤੀ ਮੋਤੀ ਸਨ, ਇਹੋ ਜਿਹੇ ਕੀਮਤੀ ਹੀਰੇ ਰਤਨ ਸਨ ਜਿਨ੍ਹਾਂ ਦਾ ਮੁੱਲ ਪਾਣਾ ਹੀ ਮੁਸ਼ਕਲ ਹੈ। ਸਰਬ ਨਿਕਾਸ ਸੰਗ ਲੈ ਚਲਿਓ। ਉਹ ਸਾਰਾ ਹੀਰੇ ਮੋਤੀ ਸੋਨੇ ਚਾਂਦੀ ਦਾ ਖਜ਼ਾਨਾ ਲੱਦ ਕੇ ਤੇ ਦਾਰਾ ਸ਼ਿਕੋ ਦਿੱਲੀ ਤੋਂ ਦੌੜਿਆ ਹੈ। 5000 ਸਪਾਟ ਗਨ ਮਿਲਿਓ। 5000 ਫੌਜ ਨੂੰ ਮਿਲੀ ਹੈ ਕੁੱਲ। 5000 ਫੌਜ ਇਕੱਠੀ ਕੀਤੀ ਹੈ ਦਿੱਲੀ ਤੋਂ। ਕਿਤੇ ਸਾਧ ਸੰਗਤ ਜੀ 22 ਲੱਖ ਫੌਜਾਂ ਦਾ ਮਾਲਕ ਸੀ ਤੇ ਪਾਸਾ ਪਲਟ ਗਿਆ, ਸਭ ਕੁਝ ਔਰੰਗਜ਼ੇਬ ਨੇ ਖੋਹ ਲਿਆ। ਹੁਣ ਦਾਰਾ ਸ਼ਿਕੋ ਨੂੰ ਤਰਲੇ ਕਰਕੇ ਇਧਰੋਂ ਉਧਰੋਂ ਰਲ ਮਿਲ ਕੇ 5000 ਸਿਪਾਹੀ ਹੀ ਇਕੱਠੇ ਹੋ ਸਕੇ ਹਨ। ਕਰੇ ਕੂਚ ਗੰਗਾ ਦਿਸ਼ ਗਇਓ। ਹੁਣ ਕਿੱਧਰ ਜਾਵਾਂ,
ਕੋਈ ਸੁਝਦਾ ਕੋਈ ਨਹੀਂ। ਦਿੱਲੀ ਤੋਂ ਕੂਚ ਕਰਕੇ ਇਹ ਗੰਗਾ ਵਾਲੇ ਪਾਸੇ ਨੂੰ, ਹਰਿਦੁਆਰ, ਰਿਸ਼ੀਕੇਸ਼ ਇਸ ਪਾਸੇ ਨੂੰ ਦੌੜਿਆ। ਤਹਾਂ ਜਾਏ ਕੁਛ ਠਹਿਰਤ ਭਇਓ, ਕੁਝ ਸਮਾਂ ਇਹ ਉੱਥੇ ਪਹਾੜਾਂ ਦੇ ਵਿੱਚ ਠਹਿਰਿਆ ਹੈ। ਗਿਰਨ ਬਿਖੈ ਸ਼੍ਰੀ ਨਗਰ ਸੁਪੁਰ ਹੈ। ਸ੍ਰੀ ਹੇਮਕੁੰਟ ਸਾਹਿਬ ਨੂੰ ਜਦੋਂ ਆਪਾਂ ਜਾਈਦਾ ਨਾ ਰਿਸ਼ੀਕੇਸ਼ ਤੋਂ, ਤਾਂ ਰਸਤੇ ਵਿੱਚ ਇੱਕ ਸ਼ਹਿਰ ਆਉਂਦਾ ਸ੍ਰੀਨਗਰ। ਸ੍ਰੀਨਗਰ ਦੋ ਹਨ, ਇੱਕ ਸ੍ਰੀਨਗਰ ਜੰਮੂ ਕਸ਼ਮੀਰ ਵਿੱਚ ਹੈ ਤੇ ਇੱਕ ਸ੍ਰੀਨਗਰ ਇਹ ਸਾਧ ਸੰਗਤ ਜੀ ਪਾਉਂਟਾ ਸਾਹਿਬ ਦੇ ਤੋਂ ਜਿਹੜਾ ਰਾਜ ਪੈਂਦਾ ਨਾ, ਗੜਵਾਲ, ਟੀਰੀ ਗੜਵਾਲ ਦੀ ਰਾਜਧਾਨੀ ਸ੍ਰੀਨਗਰ ਹੈ, ਜਿੱਥੇ ਮਹਾਰਾਜ 10ਵੇਂ ਪਾਤਸ਼ਾਹ ਨੇ ਪਾਉਂਟਾ ਸਾਹਿਬ ਵਸਾਇਆ। ਇਹ ਗੜਵਾਲ ਦੀ ਤੇ ਸਾਰਮੋਰ ਨਾਹਣ ਦੋ ਰਿਆਸਤਾਂ ਦੀ ਹੱਦ ਹੈ। ਇੱਕ ਪਾਸੇ ਟੀਰੀ ਗੜਵਾਲ ਦਾ ਰਾਜ ਹੈ, ਇੱਕ ਪਾਸੇ ਨਾਹਣ ਦੇ ਰਾਜੇ ਦਾ ਰਾਜ ਹੈ। ਸੋ ਉਹ ਜਿਹੜਾ ਗੜਵਾਲ ਦਾ ਇਲਾਕਾ ਹੈ, ਟੀਰੀ ਦਾ ਇਲਾਕਾ ਹੈ, ਉਧਰ ਇੱਕ ਸ਼ਹਿਰ ਹੈ ਸ੍ਰੀਨਗਰ। ਉਸ ਸ੍ਰੀਨਗਰ ਦੇ ਇਲਾਕੇ 'ਚ ਦਾਰਾ ਸ਼ਿਕੋ ਪਹੁੰਚ ਗਿਆ। ਤਹ ਪਹੁੰਚਣ ਕੋ ਇੱਛਾ ਧਰ ਕੇ, ਇਹ ਸੋਚ ਕੇ ਵੀ ਪਹਾੜਾਂ ਵਿੱਚ ਚੱਲਦੇ ਹਾਂ, ਉੱਥੇ ਕੁਝ ਸਮਾਂ ਗੁਜ਼ਾਰਾ ਕਰੀਏ, ਨਹੀਂ ਤਾਂ ਔਰੰਗਜ਼ੇਬ ਇੱਥੇ ਮਰਵਾ ਦੇਵੇਗਾ ਧਰਤੀ ਤੇ ਮੈਦਾਨ ਵਿੱਚ। ਸੋ ਪਹਾੜਾਂ 'ਚ ਲੁਕਣ ਲਈ ਸਾਈਡ ਤੇ ਚਲਾ ਗਿਆ, ਪਹਾੜਾਂ ਵਿੱਚ ਚਲਾ ਗਿਆ। ਲੈ ਸੈਨਾ ਤਹ ਜਾਏ ਪਹੁੰਚੇ, ਆਪਣੀ ਫੌਜ ਲੈ ਕੇ 5000 ਬੰਦਾ ਨਾਲ ਲੈ ਕੇ ਦਾਰਾ ਸ਼ਿਕੋ ਪਹਾੜ ਦੀਆਂ ਚੜਾਈਆਂ ਚੜੀ ਗਿਆ। ਦੁਰਗ ਚ ਗਿਰਦੇ ਗਿਰ ਗਨ ਉੱਚੇ, ਉਹ ਬੜੇ ਬੜੇ ਉੱਚੇ ਪਹਾੜ ਹਨ। ਸਾਧ ਸੰਗਤ ਜੀ ਰਿਸ਼ੀਕੇਸ਼ ਤੋਂ ਸ਼ੁਰੂ ਹੁੰਦੇ ਹਨ, ਹੇਮਕੁੰਟ ਸਾਹਿਬ ਤੱਕ, ਗੰਗੋਤਰੀ ਤੱਕ ਬਹੁਤ ਵੱਡੇ ਪਹਾੜ ਹਨ। ਉਹਨਾਂ ਪਹਾੜਾਂ ਦੀ ਚੜ੍ਹਾਈ ਚੜ੍ਹ ਕੇ ਕਿਤਕ ਕਾਲ ਤਹ ਕਰਕੇ ਬਾਸ, ਕੁਝ ਸਮਾਂ ਉੱਥੇ ਸ੍ਰੀਨਗਰ ਦੇ ਰਾਜੇ ਕੋਲ ਰਿਹਾ ਹੈ। ਸੁਖ ਸੋ ਰਹਿਓ ਸ਼ੋਰ ਔਰ ਤਰਾਸ, ਉੱਥੇ ਮਨ 'ਚ ਡਰ ਹੀ ਬਣਿਆ ਰਿਹਾ ਵੀ ਪਤਾ ਨਹੀਂ ਹੁਣ ਕੀ ਬਣਨਾ ਜ਼ਿੰਦਗੀ ਦਾ। ਔਰੰਗਜ਼ੇਬ ਨੇ ਮੇਰੇ ਨਾਲ ਪਤਾ ਨਹੀਂ ਕੀ ਸਲੂਕ ਕਰਨਾ ਹੈ, ਮੈਂ ਜੀਣਾ ਵੀ ਹੈ ਜਾਂ ਮਰਨਾ ਹੈ, ਇਹ ਕੋਈ ਪਤਾ ਨਹੀਂ। ਰਾਜਨੀਤੀ ਬੜੀ ਚੰਦਰੀ ਚੀਜ਼ ਹੈ ਸਾਧ ਸੰਗਤ ਜੀ। ਜਿਹਦਾ ਪਾਸਾ ਭਾਰੀ ਹੋਵੇ, ਪਲੜਾ ਭਾਰੀ ਹੋਵੇ, ਉਹ ਤਾਂ ਲੋਕਾਂ ਨੂੰ ਦਬਾ ਲੈਂਦਾ ਹੈ, ਅਤੇ ਜਦੋਂ ਪਾਸਾ ਪੁੱਠਾ ਪੈ ਜਾਂਦਾ ਫਿਰ ਔਖਾ ਹੋ ਜਾਂਦਾ। ਸੋ ਬਾਜੀ ਪੁੱਠੀ ਪੈ ਗਈ ਦਾਰਾ ਸ਼ਿਕੋ ਵਾਸਤੇ, ਅਤੇ ਸਾਰਾ ਕੁਝ ਖਤਮ ਹੋ ਗਿਆ। ਹੁਣ 5000 ਸਿਪਾਹੀ ਹਨ ਅਤੇ ਦਿੱਲੀ ਦਾ ਕੀਮਤੀ ਖਜ਼ਾਨਾ ਇਹਦੇ ਕੋਲ ਜ਼ਰੂਰ ਹੈ। ਉਹਦੇ ਨਾਲ ਫੌਜ ਵੀ ਭਰਤੀ ਕੀਤੀ ਜਾ ਸਕਦੀ ਹੈ, ਫੌਜ ਨੂੰ ਤਨਖਾਹਾਂ ਦਿੱਤੀਆਂ ਜਾ ਸਕਦੀਆਂ ਨੇ, ਖਰਚੇ ਪਾਣੀ ਚਲਾਏ ਜਾ ਸਕਦੇ ਨੇ। ਇਸ ਕਰਕੇ ਉਹ ਖਜ਼ਾਨਾ ਦਿੱਲੀੋਂ ਚੁੱਕ ਲਿਆਇਆ ਸੀ ਨਾਲ। ਪਹਾੜਾਂ ਦੇ ਵਿੱਚ ਦਿਨ ਕੱਟੀ ਕਰ ਰਿਹਾ ਹੈ। ਸ਼੍ਰੀਨਗਰੇਸ਼ਵਰ ਤਵੈ ਵਿਚਾਰਾ, ਜਦੋਂ ਉੱਥੇ ਰਹਿੰਦਿਆਂ ਨੂੰ 2-2.5 ਮਹੀਨੇ ਬੀਤ ਗਏ, ਸ੍ਰੀਨਗਰ ਦੇ ਰਾਜੇ ਨੇ ਸੋਚਿਆ ਬਰਾਬਾਦ ਹੋਏ ਦੇਸ਼ ਹਮਾਰਾ, ਕਿ ਮੇਰਾ ਦੇਸ਼ ਤਾਂ ਬਰਾਬਾਦ ਹੋ ਜਾਏਗਾ। ਇਹ 5000 ਬੰਦੇ ਨੂੰ ਫਰੀ ਦੀ ਰੋਟੀ ਕਿੱਥੋਂ ਖਵਾਵਾਂਗੇ? ਪਹਾੜ ਦੇ ਵਿੱਚ ਇੰਨੀਆਂ ਫਸਲਾਂ ਵੀ ਨਹੀਂ ਹੁੰਦੀਆਂ। ਪਹਾੜ ਦੇ ਵਿੱਚ ਸਾਧ ਸੰਗਤ ਜੀ ਉੱਧਰ ਕਦੀ ਹੇਮਕੁੰਟ ਸਾਹਿਬ ਵੱਲ ਜਾਓ, ਛੋਟੀਆਂ ਛੋਟੀਆਂ ਕਿਆਰੀਆਂ ਜਿਹੀਆਂ ਪਹਾੜਾਂ 'ਚ ਬਣਾਈਆਂ ਹੁੰਦੀਆਂ ਨੇ। ਦੂਰੋਂ ਇੰਝ ਲੱਗਦਾ ਜਿਵੇਂ ਪਹਾੜ 'ਤੇ ਪੌੜੀਆਂ ਬਣੀਆਂ ਹੁੰਦੀਆਂ, ਅਤੇ ਉਹ ਛੋਟੀ ਛੋਟੀਆਂ ਕਿਆਰੀਆਂ ਦੇ ਵਿੱਚ ਛੋਟੇ ਛੋਟੇ ਉਹਦੇ ਬਲਦ ਵੀ ਛੋਟੇ ਛੋਟੇ ਹੁੰਦੇ ਆ। ਜਿਵੇਂ ਆਪਣੀ ਇੱਥੇ ਬੱਚੇ ਹੁੰਦੇ ਆ ਨਾ ਜੰਮਦੇ ਗਾਂ ਦੇ, ਐਡੇ ਕੁ ਬਲਦ ਹੁੰਦੇ ਉੱਥੇ ਪਹਾੜੀ ਛੋਟੇ ਛੋਟੇ। ਉਹਨਾਂ ਦੇ ਨਾਲ ਹੀ ਹਲ ਵਾਹੁੰਦੇ ਆ, ਉਹਨਾਂ ਨਾਲ ਹੀ ਸੁਹਾਗਾ ਫੇਰਦੇ ਆ, ਉਹਦੇ 'ਚ ਮਾੜੀ ਮੋਟੀ ਮੱਕੀ ਮੁੱਕੀ ਚੌਲ ਚੂਲ ਇੱਦਾਂ ਪੈਦਾ ਕਰਦੇ ਆ। ਅਤੇ ਉਹਨਾਂ ਪਹਾੜੀਆਂ ਦਾ ਆਪਣਾ ਹੀ ਗੁਜ਼ਾਰਾ ਮਸੀਂ ਹੁੰਦਾ। ਜੇ ਉਹਨਾਂ ਕੋਲੋਂ ਕਹੀਏ ਵੀ ਉਹ ਫਸਲ ਥੱਲੇ ਵਾਲੇ ਲੋਕਾਂ ਵਾਸਤੇ ਭੇਜ ਦੇਣ, ਇੰਨੀ ਫਸਲ ਹੁੰਦੀ ਕੋਈ ਨਹੀਂ। ਉੱਥੋਂ ਦੇ ਰਾਜੇ ਨੇ ਸੋਚਿਆ ਵੀ 5000 ਬੰਦਾ ਇਹ ਲੈ ਕੇ ਆ ਗਿਆ, ਕਿੰਨਾ ਕੁ ਚਿਰ ਅਸੀਂ ਖਵਾਵਾਂਗੇ ਇਹਨਾਂ ਨੂੰ। ਹਾਂਜੀ, ਕਿਰਖੀ ਉਜਾੜ ਹੈ ਫਿਰ ਕਰ ਸਾਰੇ, ਇਹ ਸਾਡੀਆਂ ਫਸਲਾਂ ਉਜਾੜਦੇ ਫਿਰਦੇ। ਘੋੜਿਆਂ ਨੇ ਵੀ ਖਾਣਾ ਹੁੰਦਾ ਨਾ, ਪੈਦਲ ਤਾਂ ਹਨ 5000 ਬੰਦਾ ਤਾਂ ਹੈ ਹੀ ਸੀਗਾ, 5000 ਦੇ ਨਾਲ ਘੋੜੇ ਵੀ ਸੀਗੇ, ਊਂਠ ਵੀ ਸੀ। ਬੜਾ ਔਖਾ ਪਹਾੜਾਂ ਵਿੱਚ ਰਹਿਣਾ। ਪਹਿਲਾਂ ਇੰਨੀ ਥਾਂ ਹੀ ਨਹੀਂ ਮਿਲਦੀ, ਪਹਾੜੀਆਂ ਇੰਨੀਆਂ ਉੱਚੀਆਂ ਉੱਚੀਆਂ ਵੀ ਘੋੜੇ ਬੰਨ੍ਹਣ ਵਾਸਤੇ ਥਾਂ ਦਾ ਬੰਦੋਬਸਤ ਕਰਨਾ। ਫਿਰ ਜਿੱਥੇ ਘੋੜੇ ਵੱਜਣਗੇ ਉੱਥੋਂ ਖੇਤਾਂ 'ਚ ਜੋ ਵੀ ਮਾੜਾ ਮੋਟਾ ਫਸਲ ਹੋਏਗੀ ਉਹਨੂੰ ਉਹ ਖਾ ਜਾਣਗੇ। ਇਸ ਤਰ੍ਹਾਂ ਸਾਡਾ ਦਾ ਇਲਾਕਾ ਹੀ ਉੱਜੜ ਜਾਏਗਾ। ਫਤਿਹ ਸ਼ਾਹ
ਜਾਂ ਉਹਦਾ ਪਿਓ, ਇਹ ਉਸ ਵੇਲੇ ਰਾਜ ਕਰਦੇ ਸਨ। 10ਵੇਂ ਪਾਤਸ਼ਾਹ ਦੇ ਸਮੇਂ ਉੱਥੋਂ ਦਾ ਰਾਜਾ ਫਤਿਹ ਸ਼ਾਹ ਹੋਇਆ, ਕਿਉਂਕਿ 10ਵੇਂ ਪਾਤਸ਼ਾਹ ਜੀ ਨਾਲੋਂ ਲਗਭਗ 30 ਸਾਲ ਇਹ ਪਹਿਲਾ ਵਾਕਿਆ ਹੈ। ਸੋ ਉਹ ਰਾਜਾ ਜਿਹੜਾ ਸ੍ਰੀਨਗਰ ਦਾ ਗੜਵਾਲ ਦਾ ਸੀ, ਉਹ ਬੜਾ ਚਿੰਤਿਤ ਹੋਇਆ ਹੈ। ਉਜਰ ਜਾਹਿਦਨ ਕਿਤਕ ਮਝਾਰੇ, ਜੇ ਦਾਰਾ ਸ਼ਿਕੋ ਮੇਰੇ ਇਲਾਕੇ 'ਚ ਹੀ ਬੈਠਾ ਰਿਹਾ ਤਾਂ ਮੇਰਾ ਪਹਾੜ ਦਾ ਇਹ ਟੀਰੀ ਤੇ ਗੜਵਾਲ ਦਾ ਇਲਾਕਾ ਉਜਾੜ ਹੋ ਜਾਵੇਗਾ। 5000 ਤੋਂ ਰੰਗਮ ਪਰਿਓ, 5000 ਘੋੜਾ ਬਿਨਾਂ ਮਤਲਬ ਦੇ ਸਾਡੇ ਇਲਾਕੇ 'ਚ ਬੈਠੇ ਆ ਕੇ। ਇੱਕ ਦਿਨ 2 ਦਿਨ ਤਾਂ ਚਲੋ ਔਖਾ ਸੌਖਾ ਗੁਜ਼ਾਰਾ ਕਰ ਲਈਦਾ, ਪਰ 2-3 ਮਹੀਨੇ ਕੌਣ ਖਵਾਵੇ? ਇੰਨਾ ਪੱਠਾ ਕਿੱਥੋਂ ਲਿਆਈਏ ਪਹਾੜ ਵਿੱਚੋਂ? ਇੰਨਾ ਖਾਣ ਪੀਣ ਦਾ ਸਮਾਨ ਕਿੱਥੋਂ ਪ੍ਰਗਟ ਕਰੀਏ? ਗਜ ਸਮੁਦਾਇ ਸੋ ਆਨ ਉਤਰਿਓ। ਸੋ ਸਾਧ ਸੰਗਤ ਜੀ, ਟੀਰੀ ਗੜਵਾਲ ਦਾ ਰਾਜਾ, ਸ੍ਰੀਨਗਰ ਦਾ ਰਾਜਾ ਸੋਚਾਂ 'ਚ ਪੈ ਗਿਆ ਵੀ ਦਾਰਾ ਸ਼ਿਕੋ ਹਾਥੀ ਘੋੜੇ ਲੈ ਕੇ, ਇੰਨੀਆਂ ਫੌਜਾਂ 5000 ਬੰਦੇ ਲੈ ਕੇ ਮੇਰੇ ਘਰ ਬੈਠਾ ਹੈ, ਮੈਂ ਇਹਦੀ ਕਿੰਨਾ ਕੁ ਚਿਰ ਸੇਵਾ ਕਰਾਂਗਾ? ਪ੍ਰਜਾ ਭਈ ਸਭ ਰੀਤ ਦੁਖਾਰੀ, ਤੇ ਪਹਾੜ ਦੇ ਲੋਕ ਦੁਖੀ ਹੋ ਗਏ, ਪ੍ਰਜਾ ਦੁਖੀ ਹੋ ਗਈ। ਵਿਚਾਰੇ ਹੈ ਹੀ ਗਰੀਬ ਜੇ ਬੰਦੇ, ਪਹਾੜਾਂ ਵਿੱਚ ਬੜਾ ਮੋਟਾ ਫਲ ਫਰੂਟ ਹੁੰਦਾ ਹੈ ਜਾਂ ਦਾਲਾਂ ਸਬਜ਼ੀਆਂ ਮਾੜੀ ਮੋਟੀਆਂ ਘਰ ਖਾਣ ਨੂੰ ਹੁੰਦੀਆਂ ਨੇ, ਤੇ ਉਹ ਇੰਨੀ ਫੌਜ ਨੂੰ ਕਿੱਥੋਂ ਖਾਣ ਨੂੰ ਦੇਣਗੇ? ਹਾਂਜੀ, ਕੇਤਕ ਹੋਏ ਗ੍ਰਾਮ ਉਜਾਰੀ, ਕਈ ਪਿੰਡ ਜਿਹੜੇ ਪਹਾੜ ਦੇ ਉੱਜੜ ਗਏ। ਵੈਸੇ ਪਿੰਡ, ਪਹਾੜਾਂ ਦੇ ਪਿੰਡ ਛੋਟੇ ਛੋਟੇ ਹੁੰਦੇ ਆ, ਉਹ ਕਈ ਵਾਰੀ ਤਾਂ ਸਾਡੇ ਵਰਗੇ ਨਵੇਂ ਬੰਦੇ ਨੂੰ ਤਾਂ ਦਿਸਦਾ ਹੀ ਕੋਈ ਨਹੀਂ, ਕਹਿੰਦੇ ਆ ਸਾਡਾ ਪਿੰਡ ਹੈ। ਪਹਾੜ ਹੁੰਦਾ ਸਿੱਧਾ ਉੱਪਰ, ਉਹ ਪਹਾੜ ਦੇ ਕਿਸੇ ਕੋਨੇ 'ਤੇ ਮਾੜਾ ਮੋਟਾ ਘਰ ਬਣਾਇਆ ਹੁੰਦਾ, ਉੱਥੋਂ ਪੱਗ ਡੰਡੀਆਂ ਹੁੰਦੀਆਂ ਨੇ, ਕੱਚੇ ਰਸਤੇ ਹੁੰਦੇ ਨੇ, 2-4 ਘਰ ਹੋਣ ਤੇ ਉਹਨੂੰ ਪਿੰਡ ਕਹਿ ਦਿੰਦੇ। ਤੇ ਉਹ ਪਹਾੜ ਦੇ ਪਿੰਡ ਉਜੜਨ ਲੱਗ ਪਏ ਹਨ। ਰਾਜਾ ਸ੍ਰੀਨਗਰ ਗੜਵਾਲ ਦਾ ਇਹ ਗੱਲ ਸੋਚਦਾ ਹੈ। ਇਮ ਵਿਚਾਰ ਗਿਰ ਪਤਨੇ ਕਹਿਓ, ਇਸ ਤਰ੍ਹਾਂ ਰਾਜੇ ਨੇ ਵਿਚਾਰ ਕਰਕੇ ਫਿਰ ਇਹਨੂੰ ਸਾਫ਼ ਜਵਾਬ ਦਿੱਤਾ ਹੈ। ਦਾਰ ਸ਼ਿਕੋਹ ਸੁਨਿਓ ਮਨ ਲਹਿਓ, ਦਾਰਾ ਸ਼ਿਕੋ ਨੇ ਗੱਲ ਸੁਣੀ, ਉੱਤੇ ਵਿਚਾਰ ਵੀ ਕੀਤੀ ਵੀ ਠੀਕ ਕਹਿੰਦਾ ਵਿਚਾਰਾ, ਇਹ ਪਹਾੜੀ ਲੋਕ ਨੇ, ਕਿੰਨਾ ਚਿਰ ਮੇਰੀ ਸੇਵਾ ਕਰਨਗੇ? ਕਿੰਨਾ ਚਿਰ ਮੈਂ ਇੱਥੇ ਬੈਠਾ ਰਵਾਂਗਾ? ਨਹ ਹੋਵਹਿ ਇਸ ਥਾਨ ਗੁਜ਼ਾਰਾ, ਇੱਥੇ 5000 ਘੋੜਿਆਂ ਦਾ, ਫੌਜਾਂ ਦਾ ਗੁਜ਼ਾਰਾ ਕਿੱਥੇ ਹੋ ਸਕਦਾ? ਇਹ ਤਾਂ ਪਹਾੜੀ ਲੋਕ ਨੇ ਮਾੜੇ ਮੋਟੇ ਪਸ਼ੂ ਰੱਖੇ ਹੋਏ, ਤੇ ਮਾੜਾ ਮੋਟਾ ਆਪਣਾ ਕੋਈ ਮੱਕੀ ਬੀਜ ਲੈਂਦੇ, ਕੋਈ ਬਾਜਰਾ ਬੀਜ ਲੈਂਦੇ, ਕੋਈ ਮਾੜੀ ਮੋਟੀ ਝੋਨਾ ਬੀਜ ਲੈਂਦੇ, ਕਣਕ ਬੀਜ ਲੈਂਦੇ, ਉਹਦੇ ਨਾਲ ਆਪਣਾ ਗੁਜ਼ਾਰਾ ਕਰਦੇ ਆ। ਛੋਟੇ ਛੋਟੇ ਕਿਆਰੇ ਪਹਾੜਾਂ ਦੇ ਵਿੱਚ ਹਨ, ਇਹ ਸਾਨੂੰ ਕਿੱਥੇ ਦੇਣਗੇ ਖਾਣ ਵਾਸਤੇ? ਗੁਜ਼ਾਰਾ ਹੋਣਾ ਮੁਸ਼ਕਲ ਹੈ। ਉਤਰਨ ਚਾਹਿਓ ਦੇਸ਼ ਮਝਾਰਾ, ਇਸ ਦੇਸ਼ ਵਿੱਚ ਅਸੀਂ ਉਤਰਨਾ ਤਾਂ ਚਾਹੁੰਦੇ, ਰਹਿਣਾ ਤਾਂ ਚਾਹੁੰਦੇ ਆ, ਪਰ ਰਹਿ ਨਹੀਂ ਸਕਦੇ। ਸਿਵਰ ਕੂਚਤੇ ਕੀਸ ਪਿਆਨਾ, ਸੋ ਦਾਰਾ ਸ਼ਿਕੋ ਨੇ ਹੁਣ ਇੱਥੋਂ ਜਾਣਾ ਹੀ ਮੁਨਾਸਬ ਸਮਝਿਆ। ਸ੍ਰੀਨਗਰ ਗੜਵਾਲ ਤੋਂ ਦਾਰਾ ਸ਼ਿਕੋ ਨੇ ਪਿਆਨਾ ਕੀਤਾ ਹੈ, ਸਨੇ ਸਨੇ ਚਲ ਮਗ ਗਿਰਥਾਨਾ, ਤੇ ਪਹਾੜੀ ਇਲਾਕੇ ਨੂੰ ਉੱਤੇ ਉੱਪਰ ਤੁਰਦਾ ਆਇਆ ਹੈ। ਪਹਾੜੀ ਰਸਤੇ ਜਿਹੜੇ ਹਨ ਸਾਧ ਸੰਗਤ ਜੀ ਵਿੱਚੋਂ ਦੀ, ਉਹਨਾਂ ਪਹਾੜੀ ਰਸਤਿਆਂ ਤੋਂ ਪਹਾੜੀ ਬੰਦਿਆਂ ਨੂੰ ਨਾਲ ਲੈ ਤੁਰਿਆ ਹੈ। ਕਿਤਕ ਦਿਵਸ ਮਹਿ ਚੱਲ ਕਰ ਆਵਾ, ਕੁਝ ਦਿਨ ਲੱਗੇ ਹਨ, ਮਹੀਨਾ 15 ਦਿਨ ਹੋਰ ਤੁਰਦਾ ਤੁਰਦਾ ਸ਼੍ਰੀ ਕੀਰਤਪੁਰ ਜਹਾਂ ਸੁਹਾਵਾ, ਸ਼੍ਰੀ ਕੀਰਤਪੁਰ ਸਾਹਿਬ ਆ ਗਿਆ ਹੈ, ਜਿੱਥੇ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ 7ਵੇਂ ਪਾਤਸ਼ਾਹ ਜੀ ਬਿਰਾਜਮਾਨ ਹਨ। ਗੁਰੂ ਕੀ ਨਗਰੀ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਲਾਗੇ ਕੀਰਤਪੁਰ ਸਾਹਿਬ, ਉੱਥੇ ਸਾਧ ਸੰਗਤ ਜੀ ਇਹ ਪਹੁੰਚਿਆ ਹੈ। ਸ਼੍ਰੀ ਹਰਿ ਰਾਏ ਹੋ ਤੇਜ ਸਮਾਹੀ, ਜਿਸ ਨਗਰੀ 'ਚ ਕੀਰਤਪੁਰ ਸਾਹਿਬ ਵਿੱਚ ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਬਿਰਾਜਮਾਨ ਹਨ। ਅਨੇਕ ਸੰਗਤਾਂ ਜਹ ਚਲ ਜਾਹੀ, ਜਿੱਥੇ ਬੇਅੰਤ ਸੰਗਤਾਂ ਦੇਸ਼ਾਂ ਤੋਂ ਪ੍ਰਦੇਸ਼ਾਂ ਤੋਂ ਦਰਸ਼ਨਾਂ ਲਈ ਆਉਂਦੀਆਂ ਨੇ, ਆ ਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਮੇਲੇ ਕਰਦੀਆਂ ਨੇ। ਮਨੋ ਕਾਮਨਾ ਪੂਰਨ ਹੋਏ, ਔਰ ਉੱਥੇ ਆ ਕੇ ਸਭ ਦੀ ਮਨੋਕਾਮਨਾ ਪੂਰਨ ਹੁੰਦੀ ਹੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾਂ ਕੈ ਵਸ ਹੈ ਕਾਮ ਤੇਨਾ। ਸਰਬ ਪ੍ਰਾਣੀਆਂ ਦੀਆਂ ਸਾਰੀਆਂ ਇੱਛਾ ਸਤਿਗੁਰੂ ਪੂਰੀਆਂ ਕਰਦੇ ਹਨ। ਦਰਸ਼ਨ ਕਰਹਿ ਆਨ ਸਭ ਕੋਏ,
ਹਰ ਕੋਈ ਵੱਡਾ ਛੋਟਾ ਗਰੀਬ ਅਮੀਰ ਆ ਕੇ ਮਹਾਰਾਜ ਦੇ ਦਰਸ਼ਨ ਕਰਦੇ ਨੇ। ਰਾਜੇ ਵੀ ਆਉਂਦੇ ਨੇ ਤੇ ਭਿਖਾਰੀ ਵੀ ਆਉਂਦੇ ਨੇ। ਸਭ ਤੁਧੈ ਪਾਸੋਂ ਮੰਗਦੇ ਨਿਤ ਕਰ ਅਰਦਾਸ। ਸਾਰੀਆਂ ਸੰਗਤਾਂ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰਦੀਆਂ ਹਨ। ਕਨੀ ਭੀੜ ਨਿਤ ਪ੍ਰਤ ਤਹ ਹੋਵੇ। ਬਹੁਤ ਸੰਗਤਾਂ ਦੀ ਭੀੜ ਰੋਜ਼ ਹੀ, ਹਜ਼ਾਰਾਂ ਸੰਗਤਾਂ ਰੋਜ਼ ਹੀ ਆਉਂਦੀਆਂ ਰਹਿੰਦੀਆਂ, ਦਰਸ਼ਨ ਮੇਲੇ ਕਰਦੀਆਂ ਰਹਿੰਦੀਆਂ। ਕੀਰਤਪੁਰ ਸਾਹਿਬ ਦੀ ਧਰਤੀ ਇਹੋ ਜਿਹੀ ਭਾਗਾਂ ਵਾਲੀ ਹੈ, ਜਿੱਥੇ ਰੋਜ਼ ਹੀ ਜੋੜ ਮੇਲੇ ਲੱਗੇ ਰਹਿੰਦੇ ਹਨ। ਸੰਗਤਾਂ ਦੇ ਆਏ ਜਾਏ ਕਰ ਦਰਸ਼ਨ ਜੋਵੇ। ਕੋਈ ਹਜ਼ਾਰਾਂ ਸੰਗਤਾਂ ਆ ਰਹੀਆਂ ਨੇ, ਕੋਈ ਜਾ ਰਹੀਆਂ ਨੇ। ਦਰਸ਼ਨ ਦੀਦਾਰ ਮੇਲੇ ਹੁੰਦੇ ਨੇ। ਕੀਰਤਨ ਕਥਾ ਦੇ ਲੰਗਰਾਂ ਦੇ ਪ੍ਰਵਾਹ ਨਿਰੰਤਰ ਜਾਰੀ ਹਨ। ਅਨਕ ਆਨ ਉਪਹਾਰ ਚੜਾਵੇ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਉਪਹਾਰ ਲੈ ਕੇ ਲੋਕ ਆਉਂਦੇ ਹਨ ਤੇ ਮਹਾਰਾਜ ਨੂੰ ਚੜਾਵਾ ਚੜਾਉਂਦੇ ਹਨ। ਦਰਬ ਜਵਾਹਰ ਜੇ ਤਤ ਪਾਵੇ। ਕੋਈ ਹੀਰੇ ਮੋਤੀ ਜਵਰਾਤ ਮਾਇਆ ਧਨ ਪਦਾਰਥ ਭੇਟਾ ਕਰਦੇ ਹਨ। ਸ਼ਸਤਰ ਬਸਤਰ ਬਹੁ ਮੁੱਲ ਆਨੈ। ਬਹੁ ਕੀਮਤੀ ਬਸਤਰ, ਕੀਮਤੀ ਸ਼ਸਤਰ, ਖੰਡੇ, ਤਲਵਾਰਾਂ, ਢਾਲਾਂ, ਬਰਛੇ, ਬੰਦੂਕਾਂ ਗੁਰੂ ਸਾਹਿਬ ਨੂੰ ਭੇਟਾ ਕਰਦੇ ਹਨ। ਧਰ ਧਰ ਦਰਸੈ ਗੁਰ ਪਗ ਮਾਨੈ। ਮਹਾਰਾਜ ਦੇ ਚਰਨਾਂ 'ਚ ਚੰਗਾ ਸ਼ਸਤਰ ਤੇ ਬਸਤਰ ਭੇਟਾ ਕਰਕੇ ਮਹਾਰਾਜ ਦੀ ਖੁਸ਼ੀ ਲੈਂਦੇ ਹਨ। ਦਾਰਸ਼ ਕੋਹ ਪਹੁੰਚਿਓ ਆਏ। ਦਾਰਾ ਸ਼ਿਕੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਆ ਪਹੁੰਚਿਆ ਹੈ। ਵੇਖ ਸੁੰਦਰ ਥਲ ਸਿਵਰ ਲਗਾਏ। ਬੜੀ ਸੋਹਣੀ ਰਮਣੀਕ ਕੀਰਤਪੁਰ ਸਾਹਿਬ ਦੀ ਧਰਤੀ। ਇੱਕ ਪਾਸੇ ਸ਼ਿਵਾਲਕ ਦੀਆਂ ਪਹਾੜੀਆਂ, ਇੱਕ ਪਾਸੇ ਸਾਧ ਸੰਗਤ ਜੀ ਦਰਿਆ ਸਤਲੁਜ ਦਾ ਪ੍ਰਵਾਹ ਚੱਲ ਰਿਹਾ ਹੈ। ਬੜੀ ਹਰੀ ਭਰੀ ਸੁੰਦਰ ਧਰਤੀ ਵੇਖ ਕੇ ਉਹਨੇ ਡੇਰਾ ਲਾਇਆ ਹੈ। ਤੰਬੂ ਸ਼ਮਿਆਨੇ ਗਨਤਾਨੇ। ਬਹੁਤ ਸਾਰੇ ਤੰਬੂ ਸ਼ਮਿਆਨੇ ਲੱਗੇ। ਬਾਦਸ਼ਾਹ ਦੇ ਪੁੱਤਰ ਦੀ ਛਾਉਣੀ ਕੀਰਤਪੁਰ ਸਾਹਿਬ ਵਿੱਚ ਆ ਪਈ ਹੈ। ਝੰਡਾ ਗਾੜਿਓ ਉੱਚ ਮਹਾਨੇ। ਦਾਰਾ ਸ਼ਿਕੋ ਨੇ ਆਪਣਾ ਝੰਡਾ ਉੱਚਾ ਗੱਡ ਦਿੱਤਾ ਹੈ। ਸਕਲ ਬਾਹਨੀ ਡੇਰਾ ਕੀਨਸ। ਔਰ ਜਿੱਥੇ ਉਹਨੇ ਝੰਡਾ ਗੱਡਿਆ ਹੈ ਸਾਰੀ ਫੌਜ ਨੇ ਉੱਥੇ ਛਾਉਣੀ ਪਾ ਲਈ ਹੈ, ਡੇਰਾ ਕਰ ਲਿਆ ਹੈ। ਛਾਇਆ ਜਲ ਕੋ ਸੁਖ ਜਹ ਚੀਨਸ। ਜਿੱਥੇ ਦਰਖਤਾਂ ਦੀ ਛਾਂ ਵਧੀਆ ਵੇਖੀ ਹੈ, ਛਾਇਆਦਾਰ ਬੂਟੇ ਵੇਖੇ ਹਨ, ਤੰਬੂ ਲਵਾ ਦਿੱਤੇ ਹਨ। ਸ਼ਾਹ ਜਹਾਂ ਸੁਤ ਬੈਠਿਓ ਤਬੈ। ਬਾਦਸ਼ਾਹ ਸ਼ਾਹਜਹਾਨ ਦਾ ਪੁੱਤਰ ਔਰੰਗਜ਼ੇਬ ਦਾ ਵੱਡਾ ਭਾਈ ਦਾਰਾ ਸ਼ਿਕੋ, ਜੋ ਸੰਤਾਂ ਮਹਾਂਪੁਰਸ਼ਾਂ ਦਾ ਸੰਗੀ ਹੈ, ਆਪਣੀ ਫੌਜ ਸਮੇਤ ਸ੍ਰੀ ਕੀਰਤਪੁਰ ਸਾਹਿਬ ਆ ਪਹੁੰਚਿਆ ਹੈ। ਕੀਰਤਪੁਰ ਕੋ ਪਿਖ ਕੈ ਤਬੈ। ਜਦੋਂ ਉਸ ਦਾਰਾ ਸ਼ਿਕੋ ਨੇ ਗੁਰੂ ਕੀ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਦਰਸ਼ਨ ਕੀਤੇ ਹਨ। ਬੂਝਨ ਲਗਿਓ ਨਿਕਟ ਉਮਰਾਵ। ਆਪਣੇ ਉਮਰਾਵਾਂ ਨੂੰ, ਆਪਣੇ ਅਫਸਰਾਂ ਨੂੰ ਪੁੱਛਦਾ ਹੈ, ਕੌਣ ਬਸੈ ਪਤ ਕੋ ਇਸ ਥਾਵ। ਇਹ ਕਿਹੜੀ ਧਰਤੀ ਹੈ? ਇਸ ਧਰਤੀ ਦਾ ਰਾਜਾ ਕੌਣ ਹੈ? ਇੱਥੇ ਕੌਣ ਰਹਿੰਦਾ ਹੈ? ਬਲਿਯਹ ਦਿਖਤੇ ਸੁਨ ਕਰ ਕਾਨ। ਵਲੀਅਦ ਦਾਰਾ ਸ਼ਿਕੋ ਦਾ ਸਵਾਲ ਸੁਣ ਕੇ ਫਤੋ ਸੰਤ ਕੋ ਸਿੱਖ ਤੇ ਸਥਾਨ। ਜਿਹੜੇ ਸਰਕਾਰੀ ਫੌਜ ਦੇ ਵਿੱਚ ਗੁਰੂ ਕੇ ਸਿੱਖ ਨੌਕਰੀ ਕਰਦੇ ਸਨ, ਸਰਬ ਵਾਰਤਾ ਭਾਖ ਸੁਣਾਈ। ਉਹਨਾਂ ਨੇ ਹੱਥ ਜੋੜ ਕੇ ਬੜੇ ਪ੍ਰੇਮ ਨਾਲ ਇਸ ਧਰਤੀ ਦਾ ਇਤਿਹਾਸ ਸੁਣਾਇਆ ਹੈ। ਪ੍ਰਥਮ ਭਏ ਗੁਰ ਨਾਨਕ ਰਾਈ। ਦੇਖੋ ਬਾਦਸ਼ਾਹ ਸਲਾਮਤ, ਵਲੀਅਦ ਸੁਣੋ, ਇਹ ਨਗਰੀ ਬਾਰੇ ਤੁਸੀਂ ਪੁੱਛਿਆ ਹੈ, ਇਹ ਉਹ ਨਗਰੀ ਹੈ ਜਿੱਥੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਰਹਿੰਦੇ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੋ ਹੋਏ ਹਨ। ਪੀਰ ਮੀਰ ਸਿਧ ਸਾਧਕ ਜੇਤੇ। ਗੁਰੂ ਨਾਨਕ ਪੀਰਾਂ ਦਾ ਪੀਰ, ਮੀਰਾਂ ਦਾ ਮੀਰ, ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ, ਜਿਹਦੇ ਚਰਨਾਂ ਤੇ ਬੜੇ ਬੜੇ ਪੀਰ ਵੀ ਝੁਕਦੇ ਸਨ ਤੇ ਮੀਰ ਵੀ ਝੁਕਦੇ ਸਨ। ਅਜ਼ਮਤ ਬਲ ਨ ਮਰੀ ਕਿਆ ਤੇਤੇ। ਜਿਹੜੇ ਕਹਿੰਦੇ ਕਹਾਉਂਦੇ ਸਨ ਅਜ਼ਮਤਾਂ ਦੇ ਕਰਾਮਾਤਾਂ ਦੇ ਸ਼ਕਤੀਆਂ ਭਰੇ ਪਏ ਸਨ। ਬਾਬੇ ਨਾਨਕ ਦੀ ਝਾਲ ਨਹੀਂ ਚੱਲ ਸਕੇ, ਉਹ ਗੁਰੂ ਨਾਨਕ ਦੇ ਚਰਨਾਂ ਤੇ ਝੁਕ ਗਏ। ਕਿਹੜਾ ਚੱਲੇ? ਗੁਰੂ ਦੀ ਝਾਲਾ। ਸਾਰੀ ਦੁਨੀਆ ਗੁਰੂ ਨਾਨਕ ਦੇ ਚਰਨਾਂ ਤੇ ਝੁਕ ਗਈ ਹੈ। ਐਸਾ ਭਇਓ ਨਾ ਜਗ ਮੈਂ ਕੋਈ। ਐਸਾ ਕੋਈ ਹੋਇਆ ਹੀ ਨਹੀਂ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ,
ਗੁਰੂ ਨਾਨਕ ਵਰਗਾ ਕੋਈ ਮਹਾਂਪੁਰਸ਼ ਪੈਗੰਬਰ ਪੀਰ ਅਵਤਾਰ ਸੰਸਾਰ ਤੇ ਨਹੀਂ ਆਇਆ। ਮਿਲ ਕਰ ਨਮਰ ਹੋਏ ਨਹ ਜੋਈ। ਇਹੋ ਜਿਹਾ ਵੀ ਕੋਈ ਬੰਦਾ ਨਹੀਂ ਸੀ ਜਿਹੜਾ ਉਹਨਾਂ ਅੱਗੇ ਝੁਕਿਆ ਨਾ ਹੋਵੇ। ਮੱਕਾ ਮਦੀਨਾ ਸਭੇ ਨਿਭਾਇਆ। ਉਹਨਾਂ ਨੇ ਤਾਂ ਵੱਡੇ ਵੱਡੇ ਮੱਕੇ ਮਦੀਨੇ ਵਰਗੇ ਧਰਮ ਕੇਂਦਰਾਂ ਨੂੰ ਵੀ ਝੁਕਾ ਦਿੱਤਾ। 84 ਸਿੱਧ 9 ਨਾਥ ਉਹਨਾਂ ਦੇ ਚਰਨਾਂ ਤੇ ਝੁਕ ਗਏ। ਰਾਗ ਰਾਗਨੀ ਮੰਗਲ ਗਾਇਆ। ਗੁਰੂ ਨਾਨਕ ਦੀ ਮਹਿਮਾ ਤੇ ਸਭ ਸ੍ਰਿਸ਼ਟੀ ਗਾ ਰਹੀ ਹੈ। ਇਤਨੇ ਵੱਡੇ ਸਤਿਗੁਰੂ ਜੀ ਹੋਏ ਹਨ। ਬਿਦਤ ਭਇਓ 10 4 ਤਬਕ ਮਹਿ। ਉਹਨਾਂ ਦੀ ਮਹਿਮਾ 14 ਤਬਕਾਂ ਵਿੱਚ ਪਸਰ ਗਈ। ਸਤਨਾਮ ਉਪਦੇਸ਼ ਸਬਕ ਮਹਿ। ਉਹਨਾਂ ਨੇ ਸਭ ਦੁਨੀਆ 'ਚ ਸਤਨਾਮ ਸ੍ਰੀ ਵਾਹਿਗੁਰੂ ਦਾ ਉਪਦੇਸ਼ ਦਿੱਤਾ ਹੈ। ਮਿਲ ਮਿਲ ਕਰਾਮਾਤ ਜਿਨ ਪਾਈ। ਕਹਿੰਦੇ ਜਿਹੜਾ ਵੀ ਉਹਨਾਂ ਨੂੰ ਮਿਲਿਆ ਹੈ, ਜਿਹੜੇ ਨੇ ਉਹਨਾਂ ਦੀ ਸੇਵਾ ਕੀਤੀ ਹੈ, ਜਿਹੜਾ ਉਹਨਾਂ ਦੀ ਆਸ਼ੀਰਵਾਦ ਦਾ ਪਾਤਰ ਬਣਿਆ ਹੈ, ਗੁਰੂ ਹਰਿਰਾਏ ਸਾਹਿਬ ਦੇ ਦਰ ਤੋਂ ਸਾਰੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਦਾ ਮਾਲਕ ਬਣਿਆ ਹੈ। ਤੇ ਪੀਆ ਜਗ ਗਿਨੇ ਨਾ ਜਾਈ। ਕਿੰਨੇ ਕੁ ਬੰਦਿਆਂ ਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ਾਂ ਕੀਤੀਆਂ ਨੇ ਔਰ ਵੱਡੀਆਂ ਵੱਡੀਆਂ ਵਡਿਆਈਆਂ ਬਖਸ਼ੀਆਂ ਨੇ। ਉਹ ਬੰਦਿਆਂ ਦੀ ਗਿਣਤੀ ਕਰਨੀ ਵੀ ਬੜੀ ਔਖੀ ਹੈ। ਤੇ ਗਾਦੀ ਪਰ ਸਪਤਮ ਥਾਨ। ਉਹ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਇਸ ਵੇਲੇ 7ਵੇਂ ਸਰੂਪ ਸ਼੍ਰੀ ਹਰਿ ਰਾਏ ਬਿਰਾਜਤ ਜਾਨ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਬਿਰਾਜਮਾਨ ਹਨ। ਇਹ ਜਾਣ ਲਓ, ਜੋ ਵੀ ਮੰਗੋਗੇ ਉਹ ਮਿਲੇਗਾ। ਸ਼੍ਰੀ ਗੁਰੂ ਹਰਗੋਬਿੰਦ ਬਲ ਧਾਮ। ਮਹਾਬਲੀ ਸੂਰਬੀਰ ਯੋਧੇ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੈ। ਮਹਾਸਪਟ ਇਨ ਕੇਰ ਪਿਤਾਮਾ। ਉਹ ਇਹਨਾਂ ਦੇ ਦਾਦਾ ਜੀ ਸਨ। ਗੁਰੂ ਹਰਿਰਾਏ ਸਾਹਿਬ ਜੋ ਹੁਣ ਗੱਦੀ ਤੇ ਹਨ, ਇਸ ਪਿੰਡ ਦੇ ਵਿੱਚ ਰਹਿੰਦੇ ਹਨ, ਉਹਨਾਂ ਦੇ ਦਾਦਾ ਜੀ ਸਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਨੇ ਬੜੇ ਬੜੇ ਕਮਸਾਨ ਦੇ ਯੁੱਧ ਕਰਕੇ ਸ਼ਾਹੀ ਫੌਜਾਂ ਦੀ ਧੌਣ ਨਵਾਈ ਹੈ। ਤੋਹੇ ਪਿਦੜ ਸੋ ਬਿਗੜ ਪਰੇ ਹੈ। ਤੇਰੇ ਪਿਤਾ ਸ਼ਾਹਜਹਾਨ ਨਾਲ ਵਿਗੜ ਗਏ ਸਨ। ਕੋਈ ਗਲਤ ਫਹਿਮੀਆਂ ਹੋ ਗਈਆਂ ਬਾਦਸ਼ਾਹ ਨੂੰ, ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਦਸ਼ਾਹ ਦੀ ਪਰਵਾਹ ਕਰਨੀ ਛੱਡ ਦਿੱਤੀ ਸੀ। 4 ਵਾਰ ਕਰ ਓਜਲ ਰਹੇ ਹੈ। ਤੇ ਬੜੀ ਬਹਾਦਰੀ ਨਾਲ 4 ਵਾਰੀ ਉਹਨਾਂ ਨੇ ਜੰਗ ਲੜਿਆ। 4 ਵਾਰੀ ਤੇਰੇ ਪਿਤਾ ਦੀਆਂ ਫੌਜਾਂ ਨੂੰ ਸ਼ਿਕਸਤ ਦਿੱਤੀ ਜੰਗ ਦੇ ਮੈਦਾਨ ਵਿੱਚ। ਲੱਲਾ ਕੰਬਰ ਲਸ਼ਕਰ ਸਨੇ। ਤੁਸੀਂ ਸੁਣਿਆ ਹੋਣਾ ਲੱਲਾ ਬੇਗ, ਕੰਬਰ ਬੇਗ, ਕਾਲੇ ਖਾਨ, ਏਦਾਂ ਦੇ ਬੜੇ ਬੜੇ ਯੋਧੇ ਮਾਰ ਦਿੱਤੇ ਗੁਰੂ ਨੇ। ਜੰਗਲ ਵਿਖੇ ਜੰਗ ਕਰ ਹਨੇ। ਜੰਗਲ ਧਰਤੀ ਵਿੱਚ ਮਾਲਵੇ ਦੀ ਧਰਤੀ ਤੇ ਜੰਗ ਹੋਇਆ। 34,000 ਫੌਜ ਅਤੇ ਲੱਲਾ ਬੇਗ ਕਾਬਲ ਦਾ ਸੂਬੇਦਾਰ ਮਾਰ ਦਿੱਤਾ। ਅਬ ਹੈ ਬਿਰਾਜਤ ਤਿਨ ਕੋ ਪੋਤਾ। ਹੁਣ ਉਹਨਾਂ ਦਾ ਪੋਤਰਾ ਗੱਦੀ ਤੇ ਹੈ। ਗੁਰੂ ਹਰਿਰਾਏ ਸਾਹਿਬ ਜੀ ਉਹਨਾਂ ਦਾ ਨਾਮ ਹੈ। ਉਹ ਇਸ ਨਗਰ ਦੇ ਵਿੱਚ ਰਹਿੰਦੇ ਹਨ। ਬ੍ਰਹਮ ਗਿਆਨ ਅਰ ਅਜ਼ਮਤ ਪੋਤਾ। ਉਹ ਬ੍ਰਹਮ ਗਿਆਨ ਤੇ ਸ਼ਕਤੀਆਂ ਦਾ ਜਹਾਜ਼ ਹੈ। ਜਿਵੇਂ ਜਹਾਜ਼ ਤੇ ਬਹੁਤ ਕੁਝ ਲੱਦਿਆ ਹੁੰਦਾ ਹੈ, ਗੁਰੂ ਹਰਿਰਾਏ ਸਾਹਿਬ ਦੇ ਜਹਾਜ਼ ਉੱਤੇ ਬ੍ਰਹਮ ਗਿਆਨ ਲੱਦਿਆ ਹੋਇਆ ਹੈ। ਸਾਰੀਆਂ ਪਾਵਰਾਂ, ਸਾਰੀਆਂ ਸ਼ਕਤੀਆਂ ਹੱਥ ਜੋੜ ਕੇ ਖੜੀਆਂ ਹਨ। ਜਿਨ ਮਿਲ ਨੇ ਕਹ ਫਲ ਹੋਏ ਭਾਰਾ। ਐਸੇ ਗੁਰੂ ਹਰਿਰਾਏ ਸਾਹਿਬ ਜੀ ਇੱਥੇ ਰਹਿੰਦੇ ਹਨ, ਜਿਨ੍ਹਾਂ ਦੇ ਮਿਲਣ ਦਾ ਬਹੁਤ ਜ਼ਿਆਦਾ ਫਲ ਹੈ। ਕਿਰਪਾ ਦ੍ਰਿਸ਼ਟ ਤੇ ਹੋਇਆ ਨਾ ਸੰਸਾਰਾ। ਜੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ, ਗੁਰੂ ਹਰਿਰਾਏ ਸਾਹਿਬ ਕਿਸੇ ਬੰਦੇ ਤੇ ਮਿਹਰ ਦੀ ਨਿਗਾਹ ਪਾ ਦੇਣ, ਤਾਂ ਮੁੜ ਕੇ ਉਹ ਬੰਦਾ ਸੰਸਾਰ ਸਾਗਰ 'ਚ ਗੋਤੇ ਨਹੀਂ ਖਾਂਦਾ। ਉਹਦਾ ਸੰਸਾ ਮਿਟ ਜਾਂਦਾ ਹੈ, ਉਹਦਾ ਜਨਮ ਮਰਨ ਵੀ ਮਿਟ ਜਾਂਦਾ ਹੈ। ਤਿਨ ਕੇ ਦਰਸ਼ਨ ਕੋ ਬੜ ਭਾਗੇ। ਧੰਨ ਧੰਨ ਸਤਿਗੁਰੂ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੇ ਹਨ। ਪਰ ਹੈ ਕਾਮ ਆਵਹਿ ਅਨੁਰਾਗੇ। ਜਿਹੜਾ ਵੀ ਉਹਨਾਂ ਦੇ ਦਰ ਤੇ ਪ੍ਰੇਮ ਨਾਲ ਆਉਂਦਾ ਦਰਸ਼ਨ ਕਰਨ ਵਾਸਤੇ, ਉਹਦੀਆਂ ਕਾਮਨਾ ਪੂਰਨ ਕਰਦੇ ਹਨ। ਦੇਸ਼ ਵਿਦੇਸ਼ਨ ਸਾਗਰ ਦੀਪ। ਗੁਰੂ ਸਾਹਿਬ ਦੀ ਸੋਭਾ ਦੇਸ਼ਾਂ ਵਿੱਚ, ਵਿਦੇਸ਼ਾਂ ਵਿੱਚ, ਸਮੁੰਦਰ ਦੇ ਟਾਪੂਆਂ ਵਿੱਚ, ਦੂਰ ਨੇੜੇ ਸਭ ਥਾਂ ਤੇ ਫੈਲੀ ਹੋਈ ਹੈ। ਇਹ ਬਾਦਸ਼ਾਹ ਇਹ ਕੋਈ ਛੋਟਾ ਮੋਟਾ ਸਥਾਨ ਨਹੀਂ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਾਗਦੀ ਜੋਤ
ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਸਥਾਨ ਹੈ। ਆਏ ਸਮੀਪ ਹੈ ਰੰਕ ਮਹੀਪ। ਇਹ ਇਹੋ ਜਿਹੇ ਗੁਰੂ ਹਨ, ਇਹਨਾਂ ਦੇ ਦਰਬਾਰ ਦੇ ਵਿੱਚ ਕਿਸੇ ਨੂੰ ਰੁਕਾਵਟ ਨਹੀਂ ਵੀ ਤੂੰ ਆ ਨਹੀਂ ਸਕਦਾ। ਰਾਜਾ ਵੀ ਆ ਸਕਦਾ ਇੱਥੇ, ਭਿਖਾਰੀ ਵੀ ਆ ਸਕਦਾ, ਗਰੀਬ ਵੀ ਆ ਸਕਦਾ, ਅਮੀਰ ਵੀ ਆ ਸਕਦਾ, ਹਿੰਦੂ ਵੀ ਆ ਸਕਦਾ, ਮੁਸਲਮਾਨ ਵੀ ਆ ਸਕਦਾ। ਅਨਕ ਉਪਾਇਨ ਕਹੋ ਅਰਪਾਵਹਿ। ਔਰ ਆਉਂਦੇ ਵੀ ਨੇ ਲੋਕ, ਰਾਜੇ ਵੀ ਆਉਂਦੇ ਨੇ ਤੇ ਭਿਖਾਰੀ ਵੀ ਆਉਂਦੇ ਨੇ। ਜਿਹੜਾ ਵੀ ਸ਼ਰਧਾ ਲੈ ਕੇ ਆਉਂਦਾ ਉਹਦੀ ਸ਼ਰਧਾ ਪੂਰੀ ਹੁੰਦੀ ਹੈ। ਔਰ ਆਪਣੇ ਵੱਲੋਂ ਹਰ ਕੋਈ ਲਿਆ ਕੇ ਪ੍ਰੇਮ ਭੇਟਾ, ਕੋਈ ਕੌਡੀ ਦਮੜੀ ਭੇਟਾ ਕਰਦਾ ਤੇ ਕੋਈ ਲੱਖਾਂ ਦੀ ਚੜਾ ਜਾਂਦਾ, ਕੋਈ ਵਧੀਆ ਹਾਥੀ ਘੋੜੇ ਸ਼ਸਤਰ ਭੇਟਾ ਕਰ ਜਾਂਦਾ। ਗੁਰੂ ਦੀ ਕਿਰਪਾ ਸਾਰਿਆਂ ਤੇ ਇੱਕੋ ਜੀ ਹੁੰਦੀ ਹੈ। ਅਬ ਸਤਿਗੁਰ ਇਸ ਪੁਰ ਦਰਸਾਵਹਿ। ਹੁਣ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਇਸ ਨਗਰੀ 'ਚ ਰਹਿੰਦੇ ਆ। ਇੱਥੇ ਉਹਨਾਂ ਦੇ ਦਰਸ਼ਨ ਹੁੰਦੇ। ਪਹਿਲੇ ਸਤਿਗੁਰੂ ਜੀ ਸਾਰੀ ਦੁਨੀਆ ਦਾ ਚੱਕਰ ਲਾ ਕੇ ਆਏ ਸੀ ਤੇ ਅੰਤ ਸਮਾਂ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਗੁਜ਼ਾਰਿਆ ਸੀ। ਉੱਥੇ ਜੋਤੀ ਜੋਤ ਸਮਾਏ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ 12 ਸਾਲ ਲਗਭਗ ਗੁਰਤਾ ਗੱਦੀ ਨੂੰ ਭਾਗ ਲਾਏ, ਪਰ ਆਪਣਾ ਨਿਵਾਸ ਸਥਾਨ ਸ੍ਰੀ ਖਡੂਰ ਸਾਹਿਬ ਹੀ ਰੱਖਿਆ, ਹੋਰ ਕਿਤੇ ਬਹੁਤਾ ਵਿਚਰੇ ਨਹੀਂ। ਇੱਕ ਵਾਰੀ ਖਹਿਰਿਆਂ ਨੇ ਜਦੋਂ ਤਪੇ ਦੇ ਆਖੇ ਲੱਗ ਕੇ ਮਜਬੂਰ ਕਰ ਦਿੱਤਾ ਸੀ ਕਿ ਆਪ ਜੀ ਇੱਥੋਂ ਚਲੇ ਜਾਓ, ਉਦੋਂ ਥੋੜ੍ਹੇ ਸਮੇਂ ਲਈ ਬੈਰੋਵਾਲ, ਭਰੋਵਾਲ, ਖਾਪਣੇ ਕਿ ਖਾਨ ਛਾਪਰੀ ਸਾਹਿਬ, ਇੱਦਾਂ ਦੇ ਕੁਝ ਨਗਰ ਹਨ ਲਾਗੇ ਸ੍ਰੀ ਖਡੂਰ ਸਾਹਿਬ ਜੀ ਦੇ, ਉੱਥੇ ਗਏ। ਫਿਰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਿੰਡ ਦੇ ਲੋਕਾਂ ਨੂੰ ਸਮਝਾਇਆ ਤੇ ਉਹ ਫਿਰ ਬੇਨਤੀ ਕਰਕੇ ਮਹਾਰਾਜ ਨੂੰ ਵਾਪਸ ਲੈ ਆਏ ਜਦੋਂ ਤਪੇ ਨੂੰ ਵੀ ਸੋਧਾ ਲਾਇਆ ਸੀ। ਸੋ ਇਹ ਸਾਧ ਸੰਗਤ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਨਗਰੀ ਖਡੂਰ ਸਾਹਿਬ ਹੈ। ਫਿਰ ਗੁਰੂ ਅਮਰਦਾਸ ਮਹਾਰਾਜ ਹੋਏ, ਉਹਨਾਂ ਨੇ ਗੋਇੰਦਵਾਲ ਸਾਹਿਬ 22 ਸਾਲ ਉੱਥੇ ਹੀ ਰਹੇ। ਜ਼ਿਆਦਾਤਰ ਕਿਤੇ ਬਹੁਤ ਪ੍ਰੇਮੀ ਸਿੱਖਾਂ ਦੇ ਭਲੇ ਵਾਸਤੇ ਕਿਤੇ ਗਏ ਹੋਣ ਇੱਕ ਦੋ ਵਾਰੀ, ਪਰ ਜ਼ਿਆਦਾ ਸਮਾਂ ਆਪਣਾ ਸ੍ਰੀ ਗੋਇੰਦਵਾਲ ਸਾਹਿਬ ਹੀ ਗੁਜ਼ਾਰਿਆ। ਸ੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਨੇ ਵੀ ਆਪਣਾ ਜ਼ਿਆਦਾ ਸਮਾਂ ਸ੍ਰੀ ਗੋਇੰਦਵਾਲ ਸਾਹਿਬ ਗੁਜ਼ਾਰਿਆ। ਥੋੜ੍ਹਾ ਜਿਹਾ ਸਮਾਂ ਵਿੱਚ ਸ੍ਰੀ ਅੰਮ੍ਰਿਤਸਰ ਦੀ ਸੇਵਾ ਸ਼ੁਰੂ ਕਰਾਈ ਸੀ, ਪਰ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਗਿਆ, ਇਸ ਕਰਕੇ ਵਾਪਸ ਸ੍ਰੀ ਗੋਇੰਦਵਾਲ ਸਾਹਿਬ ਹੀ ਚਲੇ ਗਏ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ 25 ਸਾਲ ਗੁਰਤਾ ਗੱਦੀ ਤੇ ਭਾਗ ਲਾਏ। ਸ੍ਰੀ ਅੰਮ੍ਰਿਤਸਰ ਦੀ ਧਰਤੀ ਨੂੰ ਬਹੁਤ ਭਾਗ ਲਾਏ। ਅੰਮ੍ਰਿਤਸਰ ਦੀ ਨਗਰੀ ਵਸਾਈ, ਸ੍ਰੀ ਤਰਨ ਤਾਰਨ ਸਾਹਿਬ ਵਸਾਇਆ, ਸਰਾਲੀ ਸਾਹਿਬ, ਚੋਲਾ ਸਾਹਿਬ। ਇੱਦਾਂ ਫਿਰ ਮਹਾਰਾਜ ਗੋਇੰਦਵਾਲ ਸਾਹਿਬ ਵੀ ਰਹਿੰਦੇ, ਹੋਰ ਵੀ ਕਈ ਥਾਵਾਂ ਤੇ। ਕਰਤਾਰਪੁਰ ਸਾਹਿਬ ਜਲੰਧਰ ਆ ਭਾਗ ਲਾਏ, ਇੱਥੇ ਨਗਰ ਵਸਾਇਆ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਤੇ ਕਰਤਾਰਪੁਰ ਦੋ ਨਗਰਾਂ ਨੂੰ ਜ਼ਿਆਦਾ ਰੌਣਕਾਂ ਦਿੱਤੀਆਂ। ਅੰਮ੍ਰਿਤਸਰ ਵੀ ਬਹੁਤ ਸਮਾਂ ਰਹੇ 6ਵੇਂ ਪਾਤਸ਼ਾਹ। ਹੁਣ 7ਵੇਂ ਪਾਤਸ਼ਾਹ ਇਸ ਨਗਰੀ 'ਚ ਰਹਿੰਦੇ ਹਨ। ਇਸ ਵੇਲੇ ਗੁਰੂ ਦੀ ਨਗਰੀ ਕੀਰਤਪੁਰ ਸਾਹਿਬ ਹੈ। ਦਾਰਾ ਸ਼ਕੋਹ ਪ੍ਰਸ਼ੰਸਾ ਸੁਣ ਕੇ। ਦਾਰਾ ਸ਼ਕੋਹ ਨੇ ਜਦੋਂ ਮਹਾਰਾਜ ਦੀ ਪ੍ਰਸ਼ੰਸਾ ਸੁਣੀ ਗੁਰੂ ਹਰਿਰਾਏ ਸਾਹਿਬ ਜੀ ਦੀ, ਹਰਖ ਭਰਿਓ ਔਰ ਨਿਜ ਭਲ ਗੁਣ ਕੈ, ਉਹ ਬੜਾ ਖੁਸ਼ ਹੋਇਆ। ਉਹਨੇ ਆਖਿਆ ਮੇਰਾ ਤਾਂ ਭਲਾ ਹੋਏਗਾ ਇੱਥੇ, ਕਿਉਂਕਿ ਇਹਨਾਂ ਦੀ ਕਿਰਪਾ ਨਾਲ ਤਾਂ ਮੇਰੀ ਜਾਨ ਬਚੀ ਸੀ। ਜਿਹੜੀ ਹਰੜ ਤੇ ਲੌਂਗ ਕਿਤੋਂ ਨਹੀਂ ਸੀ ਮਿਲਿਆ, ਉਹ ਗੁਰੂ ਮਹਾਰਾਜ ਨੇ ਖਜ਼ਾਨੇ 'ਚੋਂ ਕੱਢ ਕੇ ਭੇਜਿਆ ਸੀ ਤੇ ਦਾਰਾ ਸ਼ਕੋਹ ਦੀ ਜਾਨ ਬਚੀ ਸੀ। ਸੋ ਹੁਣ ਦਾਰਾ ਸ਼ਕੋਹ ਗੁਰੂ ਸਾਹਿਬ ਨੂੰ ਮਿਲੇਗਾ, ਦਰਸ਼ਨ ਕਰੇਗਾ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ।